ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਸਾਹਿਬ ਜੀ ਹਰਖੋਵਾਲ ਵਾਲੇ ਇਹਨਾਂ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਕੋਹਣੀ ਸਾਹਿਬ ਵਿਖੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਇਕੱਤਰ ਹੋਈ ਸਾਧ ਸੰਗਤ ਸਾਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਜਿੱਥੇ ਜਿੱਥੇ ਵੀ ਕੋਈ ਬੈਠਾ ਹੈ ਉੱਥੇ ਉੱਥੇ ਸ਼ਰਧਾ ਦੇ ਨਾਲ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਪਟਨਾ ਸਾਹਿਬ ਵਿਖੇ ਅੱਜ ਬਹੁਤ ਬੜੀ ਧੂਮਧਾਮ ਦੇ ਨਾਲ ਜਿੱਥੇ ਸਾਹਿਬਾਂ ਦਾ ਪ੍ਰਕਾਸ਼ ਹੋਇਆ ਸੀ, ਜਿਹਦਾ ਜ਼ਿਕਰ ਸਾਹਿਬ ਆਪਣੇ ਦਸਮ ਗ੍ਰੰਥ ਦੀ ਬਾਣੀ ਵਿੱਚ ਕਰ ਗਏ ਹਨ। ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨਾ ਸ਼ਹਿਰ ਪੁਰਾਤਨ ਸ਼ਹਿਰ ਹੈ। ਗੰਗਾ ਦੇ ਕੰਢੇ ਦੇ ਗੰਗਾ ਜੀ ਦੇ ਕੰਢੇ ਦੇ ਉੱਤੇ ਵਸਿਆ ਹੋਇਆ ਸ਼ਹਿਰ ਹੈ। ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ ਕਿਸੇ ਸਮੇਂ 'ਤੇ ਉਸ ਸ਼ਹਿਰ ਦੇ ਵਿੱਚ ਚਰਨ ਪਾ ਕੇ ਉਸ ਸ਼ਹਿਰ ਨੂੰ ਪਵਿੱਤਰ ਕੀਤਾ ਸੀ। ਉਸ ਸ਼ਹਿਰ ਵਿੱਚ ਆਪਣੇ ਸੇਵਕ ਨੂੰ ਉਤਾਰਨ ਵਾਸਤੇ ਸਾਲਸਰਾਏ ਨੂੰ ਮੰਜੀ ਬਖਸ਼ੀ ਸੀ। ਸਾਲਸਰਾਏ ਨੇ ਬੇਨਤੀ ਕੀਤੀ ਸੀ, ਮਹਾਰਾਜ ਥੋੜ੍ਹਾ ਸਮਾਂ ਸਾਨੂੰ ਆਪ ਦੇ ਦਰਸ਼ਨਾਂ ਦਾ ਬਖਸ਼ੋ, ਆਪ ਦੀ ਸੰਗਤ ਕਰਨ ਦਾ ਥੋੜ੍ਹਾ ਸਮਾਂ ਜ਼ਰੂਰ ਬਖਸ਼ੋ। ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਉੱਥੇ ਰਹਿਣ ਵਾਸਤੇ ਬਹੁਤ ਬੇਨਤੀਆਂ ਕੀਤੀਆਂ ਸਾਲਸਰਾਏ ਨੇ। ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਵੇਲੇ ਸਾਲਸਰਾਏ ਨਾਲ ਵਚਨ ਕੀਤਾ ਸੀ, ਸਾਲਸਰਾਏ ਹੁਣ ਤਾਂ ਨਹੀਂ, ਹੁਣ ਤਾਂ ਸਾਡੇ ਕੋਲ ਸਮਾਂ ਨਹੀਂ ਹੈ। ਇੱਕ ਸਮਾਂ ਐਸਾ ਆਵੇਗਾ ਅਸੀਂ ਸਾਲਾਂ ਦੇ ਸਾਲ ਤੇਰੇ ਕੋਲ ਬਤੀਤ ਕਰਾਂਗੇ। ਉਸ ਵੇਲੇ ਹੁਣ ਤਾਂ ਥੋੜ੍ਹੇ ਦਿਨ ਮੰਗੇ ਸੀ। ਉਸ ਵੇਲੇ ਤਾਂ ਥੋੜ੍ਹੇ ਦਿਨ ਗੁਰੂ ਨਾਨਕ ਦੇਵ ਮਹਾਰਾਜ 5 ਕੁ ਦਿਨ ਰਹੇ ਸਨ। ਉਸ ਤੋਂ ਬਾਅਦ 5 ਸਾਲ ਦਾ ਵਚਨ ਕੀਤਾ ਸੀ ਸਾਲਸਰਾਏ ਦੇ ਨਾਲ। ਉਹ ਸਾਲਸਰਾਏ ਦੀ ਹਵੇਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਸਾਮ ਦਾ ਦੌਰੇ 'ਤੇ ਗਏ ਸਨ। ਤੀਰਥਾਂ ਦੀ ਯਾਤਰਾ ਵਾਸਤੇ ਕਰਦੇ ਕਰਦੇ ਸਾਲਸਰਾਏ ਦੀ ਹਵੇਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੁਜਰੀ ਜੀ ਉਸ ਪਵਿੱਤਰ ਸਥਾਨ 'ਤੇ ਟਿਕਾਣਾ ਕੀਤਾ ਸੀ। ਪੋਹ ਸੁਦੀ 7ਵੀਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ। ਸਭ ਤੋਂ ਪਹਿਲਾਂ ਭੀਖਣ ਸ਼ਾਹ ਮੁਸਲਮਾਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ, ਜਿਸ ਨੂੰ ਪਤਾ ਲੱਗਿਆ ਸੀ ਆਪਣੀ ਅਵਸਥਾ ਦੇ ਮੁਤਾਬਕ ਜਿੱਥੇ ਜਿੱਥੇ ਗੁਰੂ ਦੇ ਰੱਬ ਦੇ ਪਿਆਰੇ ਬੈਠੇ ਸਨ ਉਹਨਾਂ ਨੂੰ ਮਹਿਕ ਆ ਜਾਂਦੀ ਹੈ ਗੁਰੂ ਨਾਨਕ ਦੇ ਆਉਣ ਦੀ। ਸਾਈਂ ਭੀਖਣ ਸ਼ਾਹ ਫਕੀਰ ਪੰਜਾਬ ਤੋਂ ਚੱਲਦਾ ਚੱਲਦਾ ਪਟਨਾ ਸ਼ਹਿਰ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਵਾਸਤੇ ਪਹੁੰਚਿਆ ਸੀ। ਗੁਰੂ ਨਾਨਕ ਸਾਹਿਬ ਜੀ ਦੀ ਜੇ ਪਛਾਣਿਆ ਸੀ ਤਾਂ ਸਭ ਤੋਂ ਪਹਿਲਾਂ ਦੌਲਤਾਂ ਦਾ ਹੀ ਨੇ ਪਹਿਚਾਣ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਪਹਿਚਾਣ ਸਾਈਂ ਭੀਖਣ ਸ਼ਾਹ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਹਿਚਾਣ ਕੀਤੀ ਸੀ। ਸਾਹਿਬਾਂ ਨੇ ਆਪਣੇ ਵਿਚਿੱਤਰ ਨਾਟਕ ਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ। ਵਿਚਿੱਤਰ ਨਾਟਕ ਦੇ ਵਿੱਚ ਲਿਖਿਆ ਹੈ, ਜਾਹੀ ਕਾਜ ਤਰਾ ਹਮ ਜਨਮੰਗ ਸਾਧ ਲਿਓ ਸਮਝ ਲਿਓ ਸਾਧੂ ਸਭ ਮਨ ਮੰਗ। ਇਸ ਕੰਮ ਵਾਸਤੇ ਹੀ ਸਾਡਾ ਅਵਤਾਰ ਹੋਇਆ ਹੈ।
सब साधु इस गल नूं समझ लिओ, धर्म चलावन संतो बारन, दुष्ट सवन को मूल उपाड़न। धर्म चलाउण वास्ते संतां दी मदद करन वास्ते, संतां दी सेवा करन वास्ते, साधुआं दी सेवा करन वास्ते, दुष्टां दीआं जड़ां पट्टण वास्ते साहिब गुरु गोबिंद सिंह साहिब जी ने कहा साडा अवतार होया है। जिथे जिथे कोई नाम जपण वाले बैठे सन उन्हां नूं सुख देण दा यतन कीता। जिथे जिथे दुष्ट सन दुनिया नूं दुखी करदे सन, प्रजा नूं दुखी करदे सन। कुत्ते नूं मारन दा पाप है, किसी भी जीव नूं मारन दा पाप है। अगर कुत्ता हड़क जावे, लोकां नूं वड्ढे, हड़का दी बीमारी पै जाती है। उस कुत्ते नूं जिहड़ा मार देवे उहनूं दुनिया चंगा कहती है। इस तरह साहिब गुरु गोबिंद सिंह साहिब महाराज ने आके जिहड़े राजे प्रजा नूं दुखी करते सन उन्होंने सुख देण वास्ते साहिब गुरु गोबिंद सिंह साहिब का अवतार होया। कश्मीर की धरती पर बहुता जुल्म किया औरंगजेब ने। आ जो हुण समा चल रहा है, किरती लोग सड़कों पर रुल रहे हैं। जिहड़े कमाउण वाले, मेहनत करन वाले, हक सच की कमाई करन वाले सड़कों पर रुल रहे हैं और बेईमानी की कमाई खाण वाले, लोकां नूं लुटण वाले महलों विच अपणियां हीटर छड्ड के महलों में सुत्ते पए हैं। यही समा उस वेले भी वरत रहा सी। जबरदस्ती हिंदू लोगों के जनेऊ उतारे जाते सन। कोई 50 ग्राम का धागा हुंदा, 50 ग्राम तो बहुत ज़्यादा है, हो सकता 20 ग्राम का ही होवे। हिंदू धर्म के अनुसार, उन्होंने धर्म की रीति अनुसार उन्होंने जनेऊ पाया जाता है। जिहड़ी मर्यादा गुरु नानक साहिब जी के भी माता पिता ने करनी की इच्छा रखी सी, पर साहिब गुरु नानक देव महाराज ने उस ब्राह्मण को ज्ञान दिता सी, दया कपाल संतोख सूत जात गंढी सत वट, इहो जनेऊ जी का है ही तपांडे कत। ये जनेऊ जिहड़ा है कहंदे धागे दा ते टुट जाना, मैल लग जानी है। इदां दा जनेऊ पा जिन्होंने ना मैल लगे, ना ये टुटे, ना मन लगे, ना ये जले न जाए। धन सो मानस मानसा जो गल चले पाए, धन सो मानस नानका जो गल चले पाए। ऐसा जनेऊ पाउण तो गुरु नानक देव महाराज ने भावें इनकारी कर दी सी। उन्होंने कहा ऐसा जनेऊ पाओ दया की कपाह होवे, दया मनुख के अंदर होवे, कपाह अपने आप ही पैदा हो जाती है, दया की कपाह बन जाती है। मनुख के अंदर संतोख का सूत होवे, जात दियां गंढां होण, सत का वट दिता होवे। कहंदे ऐसा जनेऊ मेरे पा, ना इनू मैल लगेगी, ना ये टुटेगा, ना इनू कोई जाल सकेगा। वो जनेऊ भावें उस वेले गुरु नानक देव महाराज ने उसनूं माड़ा तो नहीं किया, ਉਹਦੇ ਵਿੱਚ ਜਿਹੜੇ ਔਗਣ ਸਨ ਉਹਨਾਂ ਔਗਣਾਂ ਨੂੰ ਦੱਸਿਆ। ਉਹੀ ਨੌਵੇਂ ਜਾਮੇ ਦੇ ਅੰਦਰ ਉਹ ਜਨੇਊ ਜਦੋਂ ਜ਼ਬਰਦਸਤੀ ਔਰੰਗਜ਼ੇਬ ਲਾਉਣ ਲੱਗਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਲਾਉਣ ਨਹੀਂ ਦਿੱਤੇ। ਜ਼ਬਰਦਸਤੀ ਕਿਸੇ ਦਾ ਧਰਮ ਨਹੀਂ ਬਦਲਿਆ ਜਾ ਸਕਦਾ। ਬਹੁਤ ਸਤਿਕਾਰਤ ਮੰਦਰ ਹੈ ਇੱਕ ਕਸ਼ਮੀਰ ਦੇ ਵਿੱਚ, ਜਾਂ ਸਿੱਖ ਧਰਮ ਦੇ ਲੋਕ ਅਕਾਲ ਤਖਤ ਸਾਹਿਬ ਨੂੰ ਮਹਾਨ ਮੰਨਦੇ ਹਨ। ਇਸ ਤਰ੍ਹਾਂ ਹਿੰਦੂ ਧਰਮ ਦੇ ਅੰਦਰ ਵੀ ਇੱਕ ਬਹੁਤ ਵੱਡਾ ਹਿੰਦੂਆਂ ਦਾ ਧਾਰਮਿਕ ਸਥਾਨ ਹੈ, ਅਮਰਨਾਥ ਦਾ ਮੰਦਰ ਕਸ਼ਮੀਰ ਦੇ ਵਿੱਚ ਹੈ। ਥੋੜ੍ਹੇ ਮਹੀਨੇ ਉਹ ਖੁੱਲ੍ਹਦਾ ਹੈ, ਨਹੀਂ ਤਾਂ ਬਰਫ਼ ਜੰਮਦੀ ਹੈ। ਉਹਨੂੰ ਬੜਾ ਸਤਿਕਾਰ ਸ਼ਿਵ ਜੀ ਮਹਾਰਾਜ ਦਾ ਸਥਾਨ ਮੰਨਦੇ ਹਨ, ਜਿੱਥੇ ਸ਼ਿਵ ਜੀ ਮਹਾਰਾਜ ਨੇ ਅਮਰ ਕਥਾ ਪਾਰਬਤੀ ਨੂੰ ਸੁਣਾਈ ਸੀ। ਉਸ ਪਵਿੱਤਰ ਅਸਥਾਨ 'ਤੇ ਹਿੰਦੂ ਲੋਕ ਜਦੋਂ ਕੋਈ ਮਨੁੱਖ ਦਾ ਚਾਰਾ ਨਾ ਚੱਲੇ, ਸਾਰੀਆਂ ਗੱਲਾਂ ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ, ਸਾਰੇ ਆਸਰੇ ਖਤਮ ਹੋ ਜਾਣ,
ਮਨੁੱਖ ਦੀ ਆਪਣੀ ਰਾਜਨੀਤਿਕ ਤਾਕਤ ਵਿੱਚ ਪਾਵਰ ਨਾ ਹੋਵੇ, ਮਨੁੱਖ ਵਿੱਚ ਆਪਣੇ ਵਿੱਚ ਪਾਵਰ ਨਾ ਹੋਵੇ, ਪਰ ਹਰੇਕ ਮਨੁੱਖ ਦੀ ਇੱਛਾ ਫਿਰ ਰੱਬ ਤੱਕ ਹੁੰਦੀ ਹੈ, ਧਾਰਮਿਕ ਪੱਖ ਤੱਕ ਹੁੰਦੀ ਹੈ। ਦੁਖੀ ਹੋਇਆ ਮਨੁੱਖ ਰੱਬ ਦੇ ਅੱਗੇ ਅਰਦਾਸ ਕਰਦਾ ਹੈ। ਅਖੀਰ ਦੇ ਵਿੱਚ ਇੱਕੋ ਇੱਕ ਅਰਦਾਸ ਕਰਨ ਦੀ ਜਗ੍ਹਾ ਰਹਿ ਜਾਂਦੀ ਹੈ, ਜਿਹਨੂੰ ਪਰਮੇਸ਼ਰ ਨਿਰੰਕਾਰ ਕਹਿੰਦੇ ਹਨ। ਜੇ ਤੋਂ ਸਾਰਿਆਂ ਨੇ ਪਾਵਰ ਲੈ ਕੇ ਸੰਸਾਰ ਦੇ ਵਿੱਚ ਦੁਸ਼ਟਾਂ ਨੂੰ ਮਾਰਿਆ ਅਤੇ ਪਰਮੇਸ਼ਰ ਕੋਲੋਂ ਸੁੱਖਾਂ ਦੀ ਪ੍ਰਾਪਤੀ ਕੀਤੀ, ਦੁੱਖਾਂ ਦੇ ਨਿਜਾਤ ਪਾਈ, ਜਿਹਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 10ਵੇਂ ਗ੍ਰੰਥ ਦੇ ਵਿੱਚ ਕੀਤਾ ਹੈ। ਖੰਡਾ ਪਿਰਥ ਮੈਂ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤ ਦਾ ਖੇਲ ਰਚਾਏ ਬਣਾਇਆ। ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤਨ ਅੰਦਰ ਬਾਦ ਰਚਾਇਆ। ਤੈਹੀਂ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੈ ਸਰਕਾਇਆ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਵੱਡੇ ਵੱਡੇ ਮੁਨ ਦੇਵਤੇ ਕੀ ਯੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਉਸ ਨਿਰੰਕਾਰ ਪਰਮੇਸ਼ਰ ਜਿਹੜਾ ਸਾਰੀ ਸ੍ਰਿਸ਼ਟੀ ਵਿੱਚ ਪਰਿਪੂਰਨ ਹੈ, ਉਸ ਦੇ ਅੱਗੇ ਅਰਦਾਸ ਤੋਂ ਬਿਨਾਂ ਕੋਈ ਜਦੋਂ ਚਾਰਾ ਨਹੀਂ, ਦੁਨੀਆ ਦੇ ਚਾਰੇ ਖਤਮ ਹੋ ਜਾਂਦੇ ਆ, ਫਿਰ ਮਨੁੱਖ ਧਾਰਮਿਕ ਪੱਖ ਦਾ ਆਸਰਾ ਲੈਂਦਾ ਹੈ। ਉਹਨਾਂ ਹਿੰਦੂ ਧਰਮ ਦੇ ਮੰਨਣ ਵਾਲੇ ਲੋਕਾਂ ਨੇ ਧਰਮ ਦਾ ਆਸਰਾ ਲਿਆ, ਆਪਣੇ ਉਸ ਪਵਿੱਤਰ ਅਸਥਾਨ 'ਤੇ ਜਾ ਕੇ ਬੇਨਤੀ ਕੀਤੀ ਹੈ। ਬੇਨਤੀ ਇਤਿਹਾਸ ਦੱਸਦਾ ਹੈ, ਮੈਂ ਮਹਾਂਪੁਰਸ਼ਾਂ ਦੀ ਰਚਨਾ ਤੋਂ ਸੁਣਿਆ ਸੀ। ਕੋਈ ਤਾਂ ਇਤਿਹਾਸਕਾਰ ਦੱਸਦੇ ਹਨ ਕਿ ਚਿੱਠੀ ਡਿੱਗੀ ਹੈ ਉਸ ਮੰਦਰ ਦੇ ਵਿੱਚ। ਉਹਨਾਂ ਬ੍ਰਾਹਮਣ ਲੋਕਾਂ ਨੂੰ ਇੱਕ ਚਿੱਠੀ ਡਿੱਗੀ ਹੈ, ਜਿਹੜੀ ਅਗੰਮੀ ਚਿੱਠੀ, ਜਿਹਦਾ ਪਤਾ ਨਹੀਂ ਕਿੱਥੋਂ ਆਈ ਹੈ। ਕੋਈ ਦੱਸਦਾ ਹੈ ਕਿ ਉੱਥੇ ਅਗੰਮੀ ਆਵਾਜ਼ ਆਈ ਹੈ ਕਿ ਇਸ ਵੇਲੇ ਦੁਨੀਆ ਦੇ ਵਿੱਚ ਤੁਹਾਡੀ ਮਦਦ ਕੋਈ ਨਹੀਂ ਕਰ ਸਕਦਾ। ਸਾਰੇ ਦੇਵੀ ਦੇਵਤੇ, ਉਹਨਾਂ ਵਿੱਚ ਤੁਹਾਡੀ ਮਦਦ ਵਾਸਤੇ ਕੋਈ ਵੀ ਅੱਗੇ ਆਉਣ ਨੂੰ ਤਿਆਰ ਨਹੀਂ ਹੈ। ਜੇ ਤੁਹਾਡੀ ਮਦਦ ਕੋਈ ਇਸ ਵੇਲੇ ਕਰ ਸਕਦਾ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਹਨ। ਅਗਰ ਉਹ ਤੁਹਾਡੀ ਬਾਂਹ ਫੜ ਲੈਣ, ਉਹ ਤੁਹਾਡੀ ਮਦਦ ਕਰ ਸਕਦੇ। ਦੁਨੀਆ ਵਿੱਚ ਹੋਰ ਕੋਈ ਤੁਹਾਡੀ ਮਦਦ ਨਹੀਂ ਕਰ ਸਕਦਾ। ਇਹ ਮੈਂ ਮਹਾਂਪੁਰਸ਼ਾਂ ਦੀ ਰਚਨਾ ਤੋਂ ਸੁਣਿਆ ਸੀ। ਉਹੀ 500 ਬ੍ਰਾਹਮਣਾਂ ਦਾ ਪੰਡਿਤ ਕਿਰਪਾ ਰਾਮ ਕਸ਼ਮੀਰ ਵਿੱਚ ਇੱਕ ਕਾਲਜ ਦਾ ਪ੍ਰਿੰਸੀਪਲ ਸੀ। ਉਸ ਨੂੰ ਸਿਆਣਾ ਜਾਣ ਕੇ, ਕਿਉਂਕਿ ਜਿਹੜਾ ਅੱਗੇ ਗੱਲ ਕਰ ਸਕਦਾ ਹੋਵੇ, ਵਿਦਵਾਨ ਹੋਵੇ, ਸਾਰੀਆਂ ਗੱਲਾਂ ਜਾਣਦਾ ਹੋਵੇ, ਗੱਲ ਕਰਨ ਜਾਣਦਾ ਹੋਵੇ, ਸਾਡੇ ਸਮਾਜ ਵਿੱਚ ਉਹਨੂੰ ਮੋਹਰੇ ਰੱਖਦੇ ਆ। ਗੱਲਕਾਰ ਕਈ ਗੁਣ ਹੁੰਦੇ ਆ, ਕਈ ਗੁਣਾਂ ਕਰਕੇ ਮਨੁੱਖਾਂ ਦੀ ਪੂਜਾ ਹੁੰਦੀ ਆ। ਕਈਆਂ ਵਿੱਚ ਗੱਲ ਕਰਨ ਦੀ ਹਸਤੀ ਹੁੰਦੀ ਹੈ, ਗੱਲ ਕਰਨ ਦੀ ਢੰਗ ਤਰੀਕਾ ਹੁੰਦਾ। ਕਈ ਮਨੁੱਖ ਬੜੀ ਸਿਆਣਪ ਨਾਲ ਗੱਲ ਕਰਕੇ ਮੋਹਰਲੇ ਬੰਦੇ ਦੇ ਉੱਤੇ ਪ੍ਰਭਾਵ ਛੱਡ ਜਾਂਦੇ ਆ। ਪੰਡਿਤ ਕਿਰਪਾ ਰਾਮ ਕਸ਼ਮੀਰ ਦੇ ਵਿੱਚ ਇੱਕ ਕਾਲਜ ਦਾ ਪ੍ਰਿੰਸੀਪਲ ਸੀ, ਔਰ ਉਸ ਨੂੰ ਸਿਆਣਾ ਜਾਣ ਕੇ 500 ਕਸ਼ਮੀਰੀ ਪੰਡਤਾਂ ਦਾ ਜਥਾ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਪਹੁੰਚਿਆ। ਉਹ ਪਵਿੱਤਰ ਥੜਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਹਿੰਦੇ ਹੁੰਦੇ ਸਨ, ਉਹ ਪਹਿਲਾਂ ਦੂਸਰੀਆਂ ਇੱਟਾਂ ਦਾ ਬਣਿਆ ਹੋਇਆ ਸੀ। ਦਾਸ ਨੇ ਦਰਸ਼ਨ ਕੀਤੇ ਹਨ, ਹੁਣ ਤਾਂ ਨਵੀਂ ਦਿੱਖ ਦੇ ਦਿੱਤੀ ਹੈ। ਉਸ ਪਵਿੱਤਰ ਅਸਥਾਨ 'ਤੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸਨ। ਬਹੁਤ ਦੁਨੀਆ ਬੈਠੀ ਸੀ। ਉਹਨਾਂ ਨੇ ਆ ਕੇ ਅੱਖਾਂ ਵਿੱਚ ਪਾਣੀ ਭਰ ਕੇ ਬਹੁਤ ਬਰਾਕ ਕੀਤਾ। ਜਦੋਂ ਕਿਸੇ ਬੰਦੇ 'ਤੇ ਕਸ਼ਟ ਬਣਿਆ ਹੋਵੇ, ਉਹਦੇ ਮੂੰਹ ਦੇ ਵਿੱਚੋਂ ਫਿਰ ਗੱਲ ਨਹੀਂ ਨਿਕਲਦੀ। ਜਦੋਂ ਸਾਰੇ ਆਸਰੇ ਹੀ ਖਤਮ ਹੋ ਜਾਣ, ਇੱਕੋ ਹੀ ਆਸਰਾ ਹੋਵੇ, ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਕਸ਼ਮੀਰੀ ਪੰਡਤਾਂ ਨੇ ਆ ਕੇ ਬਹੁਤ ਜ਼ਿਆਦਾ ਬਰਾਕ ਕੀਤਾ। ਉੱਚੀ ਉੱਚੀ ਜਦੋਂ ਰੋਣ ਲੱਗੇ, ਸੰਗਤ ਵੀ ਬਹੁਤ ਬੈਠੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਸ ਵੇਲੇ ਕੇਵਲ 9 ਸਾਲ ਦੀ ਉਮਰ ਸੀ। ਆ ਕੇ ਆਪਣੇ ਪਿਤਾ ਜੀ ਨੂੰ ਪੁੱਛਿਆ, ਕੌਣ ਨੇ?
ਦੱਸਿਆ ਕਿ ਇਹਨਾਂ ਦੇ ਧਰਮ ਵਿੱਚ ਸਰਕਾਰ ਦਖਲ ਦੇ ਰਹੀ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੁੱਛਣ ਲੱਗੇ, ਇਹਨਾਂ ਦਾ ਕੋਈ ਮਦਦ ਨਹੀਂ ਹੋ ਸਕਦੀ? ਇਹਨਾਂ ਨੂੰ ਸੁੱਖ ਕਿੱਦਾਂ ਦਿੱਤਾ ਜਾ ਸਕਦਾ ਹੈ? ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਕੋਈ ਮਹਾਨ ਆਤਮਾ ਆਪਣਾ ਬਲੀਦਾਨ ਦੇਵੇ ਤਾਂ ਇਹਨਾਂ ਦਾ ਧਰਮ ਬਚ ਸਕਦਾ ਹੈ। ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਪਿਤਾ ਜੀ ਨੂੰ ਇਹ ਬਚਨ ਕੀਤਾ ਸੀ, ਤੁਹਾਡੇ ਤੋਂ ਮਹਾਨ ਇਸ ਵੇਲੇ ਕੋਈ ਦੁਨੀਆ ਵਿੱਚ ਮਹਾਂਪੁਰਸ਼ ਕੌਣ ਹੋ ਸਕਦਾ ਹੈ? ਇਹ ਕਾਰਜ ਤੁਸੀਂ ਕਰ ਸਕਦੇ ਹੋ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਹੌਸਲਾ ਦਿੱਤਾ। ਇਹ ਨਹੀਂ ਕਿਹਾ ਕਿ ਤੁਸੀਂ ਮੇਰੇ ਸਿੱਖ ਹੋਵੋ, ਇਹ ਨਹੀਂ ਕਿਹਾ ਤੁਸੀਂ ਗੁਰੂ ਨਾਨਕ ਦੇ ਸਿੱਖ ਬਣੋ, ਇਹ ਨਹੀਂ ਕਿਹਾ ਤੁਸੀਂ ਸਾਡੇ ਧਰਮ ਵਿੱਚ ਆਓ, ਸਿੱਖ ਧਰਮ ਅਖਤਿਆਰ ਕਰ ਲਓ। ਨਹੀਂ, ਦੂਜੇ ਧਰਮ ਦੀ ਰਾਖੀ ਕਰਨ ਵਾਸਤੇ, ਆਪਣਾ ਬਲੀਦਾਨ ਦੇਣ ਵਾਸਤੇ ਤਿਆਰ ਹੋ ਗਏ। ਆਪਣੇ ਧਰਮ ਦੇ ਵਾਸਤੇ ਤਾਂ ਬਲੀਦਾਨ ਬਹੁਤ ਲੋਕ ਦੇ ਦਿੰਦੇ ਆ, ਆਪਣੇ ਧਰਮ ਦੀ ਰਾਖੀ ਵਾਸਤੇ ਤਾਂ ਬੜੇ ਲੋਕ ਬਲੀਦਾਨ ਦੇਣ ਵਾਸਤੇ, ਸਰੀਰ ਦੇਣ ਵਾਸਤੇ ਤਿਆਰ ਨੇ, ਬਹੁਤਿਆਂ ਨੇ ਦਿੱਤੇ ਵੀ ਨੇ। ਤੇ ਆਪਣੇ ਹੱਕਾਂ ਦੀ ਰਾਖੀ ਕਰਨ ਵਾਸਤੇ ਵੀ ਬਹੁਤ ਲੋਕ ਆਪਣੇ ਸਰੀਰਾਂ ਦਾ ਬਲੀਦਾਨ ਦੇ ਦਿੰਦੇ ਆ। ਅੱਜ ਵੀ ਤਕਰੀਬਨ 100 ਕਿਰਤੀ ਲੋਕ ਜਿਹੜੇ ਸੜਕਾਂ 'ਤੇ ਸਰੀਰ ਛੱਡ ਗਏ ਹਨ। ਇਹੀ ਸਮਾਂ ਉਸ ਵੇਲੇ ਵੀ ਵਰਤਦਾ ਸੀ। ਦੂਜੇ ਦੇ ਧਰਮ ਦੇ ਵਾਸਤੇ ਸਰੀਰ ਦੇ ਦੇਣਾ ਇਹ ਬਹੁਤ ਵੱਡੀ ਗੱਲ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੂੰ ਕਿਹਾ, ਭਾਈ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਸਾਡਾ ਗੁਰੂ ਤੇਗ ਬਹਾਦਰ ਹੈ, ਅਗਰ ਉਹ ਮੁਸਲਮਾਨ ਧਰਮ ਵਿੱਚ ਆ ਜਾਵੇਗਾ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਉਹਨਾਂ ਕਸ਼ਮੀਰੀ ਪੰਡਤਾਂ ਨੂੰ ਆਸਰਾ ਮਿਲ ਗਿਆ। ਜਿਸ ਤਰ੍ਹਾਂ ਪਿਆਸੇ ਬੰਦੇ ਨੂੰ ਪਾਣੀ ਦੀ ਘੁੱਟ ਮਿਲ ਜਾਵੇ ਉਹਦੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ, ਭੁੱਖੇ ਬੰਦੇ ਨੂੰ ਰੋਟੀ ਮਿਲ ਜਾਵੇ ਉਹਦੀ ਖੁਸ਼ੀ ਦਾ ਕੋਈ ਅੰਤ ਨਹੀਂ ਹੁੰਦਾ। ਇਸ ਤਰ੍ਹਾਂ ਕਿਸੇ ਨਿਆਸਰੇ ਬੰਦੇ ਨੂੰ ਆਸਰਾ ਮਿਲ ਜਾਵੇ ਉਹਨਾਂ ਦੀ ਖੁਸ਼ੀ ਦਾ ਵੀ ਕੋਈ ਅੰਤ ਨਹੀਂ ਹੁੰਦਾ। ਉਸ ਵੇਲੇ ਉਹਨਾਂ ਨੇ ਜਾ ਕੇ ਔਰੰਗਜ਼ੇਬ ਦੇ ਜਿਹੜੇ ਅਹਿਲਕਾਰ ਇਹਨਾਂ ਨੂੰ ਦੁੱਖ ਦੇ ਰਹੇ ਸਨ, ਕਸ਼ਟ ਦੇ ਰਹੇ ਸਨ, ਉਹਨਾਂ ਨੇ ਜਾ ਕੇ ਕਹਿ ਦਿੱਤਾ ਗੁਰੂ ਤੇਗ ਬਹਾਦਰ ਸਾਡਾ ਗੁਰੂ ਹੈ। ਉਹਨਾਂ ਕਸ਼ਮੀਰੀ ਪੰਡਤਾਂ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੁਛ ਗੁਰਸਿੱਖਾਂ ਨੂੰ ਨਾਲ ਲੈ ਕੇ ਔਰ ਬਹੁਤ ਸਾਰੇ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੀਰਤਪੁਰ ਸਾਹਿਬ ਤੱਕ ਵਿਦਿਆ ਕਰਨ ਵੀ ਆਏ। ਮਾਤਾ ਗੁਜਰੀ ਜੀ ਵੀ ਆਏ। ਸਾਰਿਆਂ ਨੂੰ ਪਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁੜ ਕੇ ਵਾਪਸ ਨਹੀਂ ਆਉਣਾ, ਇਹ ਸਾਰਿਆਂ ਨੂੰ ਪਤਾ ਸੀ। ਸਾਰਿਆਂ ਨੇ ਨਮਸਕਾਰ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਾਪਸ ਮੁੜੇ ਸਨ। ਜਿਨ੍ਹਾਂ ਦਾ ਮੁੜ ਕੇ ਸੀਸ ਹੀ ਆਇਆ ਹੈ, ਮੁੜ ਕੇ ਪੂਰਾ ਸਰੀਰ ਵੀ ਅਨੰਦਪੁਰ ਸਾਹਿਬ ਨਹੀਂ ਪਹੁੰਚਿਆ। ਉਸ ਧਰਮ ਦੀ ਰਾਖੀ ਵਾਸਤੇ ਪਹਿਲਾਂ ਪਿਤਾ ਜੀ ਨੇ ਆਪਣਾ ਸੀਸ ਦਿੱਤਾ, ਉਸੇ ਧਰਮ ਦੀ ਰਾਖੀ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ, ਆਪਣੇ ਮਾਤਾ ਜੀ ਕਿੱਡਾ ਵੱਡਾ ਕੰਮ ਕੀਤਾ। ਜਿਹੜੇ ਗੱਲ ਨੂੰ ਦੁਨੀਆ ਅੱਜ ਇਤਿਹਾਸਕਾਰ, ਦੁਨੀਆ ਦੇ ਵੱਡੇ ਵੱਡੇ ਵਿਦਵਾਨ ਇਹਨਾਂ ਗੱਲਾਂ ਨੂੰ ਮੰਨਦੇ ਹਨ। ਅੱਜ ਉਹਨਾਂ ਦਾ ਅਵਤਾਰ ਦਿਹਾੜਾ ਹੈ। ਧਰਮ ਚਲਾਵਨ ਸੰਤੋ ਬਾਰਨ ਦੁਸ਼ਟ ਸਮਨ ਕੋ ਮੂਲ ਉਪਾੜਨ, ਜਾਹੀ ਕਾਜ ਤਰਾਹਮ ਜਨਮੰ ਸਾਧ ਸਮਝ ਲਿਓ ਸਾਧੂ ਸਾ ਮਨਮੰ। ਕਹਿੰਦੇ ਸਾਡਾ ਜਨਮ ਹੀ ਇਸੇ ਕਰਕੇ ਹੋਇਆ ਹੈ। 9 ਸਾਲ ਦੀ ਉਮਰ 'ਤੇ ਗੱਦੀ 'ਤੇ ਬੈਠ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। 9 ਸਾਲ ਦੀ ਕੀ ਉਮਰ ਹੈ? 9 ਸਾਲ ਦੇ ਗੱਦੀ 'ਤੇ ਬੈਠ ਕੇ ਸਾਹਿਬਾਂ ਨੇ ਉਹ ਕੰਮ ਕਰ ਦਿੱਤੇ। ਤਕਰੀਬਨ 31 ਸਾਲ 33 ਸਾਲ 42 ਸਾਲ ਦੀ ਉਮਰ ਤੱਕ ਦਸਮ ਗ੍ਰੰਥ ਦੀ ਬਾਣੀ 1428 ਪੰਨੇ ਨੇ ਦਸਮ ਗ੍ਰੰਥ ਦੀ ਬਾਣੀ ਉਚਾਰਨ ਕੀਤੀ ਹੈ। 14 ਜੰਗਾਂ ਲੜੀਆਂ ਨੇ, ਹੋਰ ਵੱਡੇ ਵੱਡੇ ਕਾਰਜ ਕੀਤੇ। ਸਿੱਖਾਂ ਨੂੰ ਆਪਣਾ ਰੂਪ ਦੇ ਕੇ ਅਨੰਦਪੁਰ ਸਾਹਿਬ ਤੋਂ ਤੋਰਿਆ। ਆਪਣੇ ਵਰਗੇ ਸਿੱਖ ਬਣਾ ਕੇ, ਆਪਣੇ ਵਰਗੇ ਬਣਾ ਕੇ ਸਾਹਿਬਾਂ ਨੇ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋਂ ਕਰੋ ਨਿਵਾਸ। ਇਹ ਮੇਰੇ ਖਾਸ ਰੂਪ ਨੇ,
ਇਹਨਾਂ ਵਿੱਚ ਮੈਂ ਨਿਵਾਸ ਕਰਦਾ ਹਾਂ। ਇਹ ਫੋਟੋ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਸਾਹਿਬ ਜੀ ਮਹਾਰਾਜ, ਇਹ ਉਹਨਾਂ ਦੇ ਖਾਸ ਰੂਪ ਸਨ। ਇਹਨਾਂ ਦਾ ਤਾਂ ਉਹਨਾਂ ਦਾ ਕੋਈ ਫਰਕ ਨਹੀਂ ਸੀ। ਇਹਨਾਂ ਨੂੰ ਆਪਣੇ ਵਰਗੇ ਉੱਥੋਂ ਇੱਦਾਂ ਦੀਆਂ ਰੂਹਾਂ, ਇੱਦਾਂ ਦੇ ਸਰੀਰਾਂ ਨੂੰ ਤੋਰਿਆ ਸੀ। ਉਹਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਅੱਜ ਪਵਿੱਤਰ ਪ੍ਰਕਾਸ਼ ਦਿਹਾੜਾ ਹੈ। ਸਭ ਦੁਨੀਆ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ। ਕੁਛ ਲੋਕ ਖੁਸ਼ੀ ਮਨਾ ਰਹੇ ਹਨ, ਕੁਛ ਲੋਕ ਸਾਹਿਬਾਂ ਦੇ ਆਉਣ ਦੀ ਉਡੀਕ ਵਿੱਚ ਅਰਦਾਸਾਂ ਬੇਨਤੀਆਂ ਹੱਥ ਜੋੜ ਜੋੜ ਖੜ੍ਹੇ ਹਨ। ਜਿਨ੍ਹਾਂ ਦੀਆਂ ਅਰਦਾਸਾਂ ਹਨ, ਮਹਾਰਾਜ ਸਾਡੀ ਮਦਦ ਕਰੋ ਜੀ। ਅੱਜ ਕਿੰਨੇ ਕਿਰਤੀ ਲੋਕ ਜਿਹੜੇ ਹੱਕ ਸੱਚ ਦੀ ਕਮਾਈ ਕਰਕੇ, ਆਪਣੀ ਮਿਹਨਤ ਕਰਕੇ ਖਾਣੇ ਵਾਲੇ ਲੋਕ ਹੈ, ਸੜਕਾਂ 'ਤੇ ਰੁਲਦੇ ਆ। ਉਹ ਅਰਦਾਸਾਂ ਕਰਦੇ, ਮਹਾਰਾਜ ਤੁਸੀਂ ਅੱਜ ਆਏ ਹੋ, ਸਾਡੀ ਮਦਦ ਕਰੋ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅੱਜ ਪਵਿੱਤਰ ਜਨਮ ਦਿਹਾੜਾ ਹੈ, ਜਿਸ ਨੂੰ ਅੱਜ ਦੁਨੀਆ ਵਿੱਚ, ਸਾਰੀ ਦੁਨੀਆ ਵਿੱਚ, ਇੱਕ ਮੁਲਕ ਨਹੀਂ, ਆਲ ਵਰਲਡ ਦੇ ਵਿੱਚ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਬੈਠੇ ਨੇ, ਉੱਥੇ ਉੱਥੇ ਉਹ ਅੱਜ ਦਿਹਾੜਾ ਮਨਾ ਰਹੇ ਹਨ। ਖਾਸ ਕਰਕੇ ਪਟਨਾ ਸ਼ਹਿਰ ਦੀ ਧਰਤੀ 'ਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਬਾਕੀ ਸਿੱਖ ਕੌਮ ਸਭ ਜਗ੍ਹਾ 'ਤੇ, ਸਭ ਨਗਰਾਂ ਵਿੱਚ, ਜਿੱਥੇ ਜਿੱਥੇ ਵੀ ਪਵਿੱਤਰ ਅਸਥਾਨ ਹਨ, ਕਈਆਂ ਨੂੰ ਪਾਠੀ ਸਿੰਘ ਨਹੀਂ ਮਿਲੇ, ਉਹ ਅੱਗੇ ਪਿੱਛੇ ਭੋਗ ਪਾ ਲੈਂਦੇ ਆ। ਪਰ ਜਿੱਥੇ ਜਿੱਥੇ ਸਿੱਖਾਂ ਦੀ ਕੋਸ਼ਿਸ਼ ਹੈ, ਕੱਲ੍ਹ ਦੇ ਦਿਨ ਨਗਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲੈ ਕੇ ਨਗਰ ਕੀਰਤਨ ਦੀ ਸ਼ਕਲ ਸਭ ਨਗਰਾਂ ਵਿੱਚ, ਸਾਹਿਬਾਂ ਦੇ ਚਰਨ ਚਰਨ ਨਗਰਾਂ ਵਿੱਚ ਪਵਾਏ ਹਨ। ਸੋ ਅੱਜ ਪਵਿੱਤਰ ਦਿਹਾੜਾ ਹੈ। ਉਸ ਪਵਿੱਤਰ ਦਿਹਾੜੇ ਦਾ ਜ਼ਿਕਰ ਸਾਹਿਬ ਆਪਣੀ 100 ਸਾਖੀ ਦੇ ਵਿੱਚ ਜ਼ਿਕਰ ਕਰ ਗਏ ਹਨ। ਥੋੜ੍ਹੇ ਸਮੇਂ ਵਾਸਤੇ ਵਿਖਿਆਨ ਕਰਨਾ ਹੈ ਗੁਰਮੁਖੋ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਹੋਣ ਦਾ ਕਾਰਨ, ਕਿਉਂਕਿ ਨਿਰੰਕਾਰ ਪਰਮੇਸ਼ਰ ਸਰੂਪ ਹੋ ਜਾਣਾ, ਕੁਛ ਗੁਣ ਦੱਸੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਜਿਨ੍ਹਾਂ ਵਿੱਚ ਉਹ ਗੁਣ ਮਿਲ ਜਾਣ, ਉਹ ਨਿਰੰਕਾਰ ਸਰੂਪ ਹੀ ਹੁੰਦੇ ਹਨ। ਸਤਿਗੁਰੂ ਬਾਣੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਲਿਖਦੇ ਆ, ਜੇ ਮਾਇਆ ਮਮਤਾ ਤਜੀ ਸਭ ਤੇ ਪਇਓ ਉਦਾਸ, ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਜਿਹਦੇ ਅੰਦਰ ਬ੍ਰਹਮ ਦਾ ਵਾਸਾ ਹੈ, ਪਰਮੇਸ਼ਰ ਨਿਰੰਕਾਰ ਵਾਸਾ ਹੈ, ਉਹ ਪਰਮੇਸ਼ਰ ਸਰੂਪ ਹੀ ਹੁੰਦੇ ਹਨ। ਸੋ ਇਹ ਪਵਿੱਤਰ ਧਰਤੀ, ਚੰਡੀਗੜ੍ਹ ਦੀ ਪਵਿੱਤਰ ਧਰਤੀ, ਇੱਥੋਂ ਕਾਲਕਾ ਅਤੇ ਚੰਡੀਗੜ੍ਹ ਦਾ ਇਲਾਕਾ, ਕੁਰਾਲੀ ਤੋਂ ਲੈ ਕੇ ਇਹ ਉੱਪਰ ਪਹਾੜਾਂ ਤੱਕ, ਇਹ ਉਸ ਵੇਲੇ ਮਹਿਖਾਸਰ ਰਾਖਸ਼, ਜਿਹਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਚੰਡੀ ਦੀ ਵਾਰ ਦੇ ਵਿੱਚ ਜ਼ਿਕਰ ਕੀਤਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੱਥ ਲਿਖਤ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੀ 10ਵੇਂ ਗ੍ਰੰਥ ਦੀ ਬਾਣੀ ਵਿੱਚ ਜ਼ਿਕਰ ਕੀਤਾ ਹੈ। ਅਭਿਮਾਨ ਉਤਾਰਨ ਦੇਵਤਿਆਂ ਮਹਿਖਾਸਰ ਸੁੰਭ ਪਾਇਆ, ਜੀਤ ਲਏ ਤਿੰਨ ਦੇਵਤੇ ਤੈਂ ਲੋਕੀ ਰਾਜ ਕਮਾਇਆ। ਤਿੰਨ ਲੋਕ ਗਿਣੇ ਹਨ ਪਤਾਲ ਲੋਕ। ਪਤਾਲ ਲੋਕ ਦੇ ਵਿੱਚ ਆਉਂਦੇ ਆ ਅਮਰੀਕਾ, ਕਨੇਡਾ, ਜਿਹੜੇ ਸਾਡੇ ਥੱਲੇ ਦੇ ਪਾਸੇ ਹਨ, ਜਿੱਥੇ ਇਸ ਵੇਲੇ ਰਾਤ ਹੈ। ਜਿਨ੍ਹਾਂ ਮੁਲਕਾਂ ਵਿੱਚ ਇਸ ਵੇਲੇ ਰਾਤ ਹੈ, ਉਹ ਪਤਾਲ ਵਿੱਚ ਆਉਂਦੇ ਆ। ਇਹ ਸਾਡਾ ਜਿਹੜਾ ਹੈ, ਇਹ ਮਾਤ ਲੋਕ ਹੈ। ਅੱਗੇ ਇੱਕ ਦੇਵ ਲੋਕ ਹੈ। ਦੇਵ ਲੋਕ ਹੈ ਜਿੱਥੇ ਮਨੁੱਖ ਦੇ ਜਾਣ ਦੀ ਸਮਰੱਥਾ ਨਹੀਂ, ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਉੱਥੇ ਦੇਵਤੇ ਰਹਿੰਦੇ ਆ। ਉੱਥੇ ਦੇਵਤਿਆਂ ਤੋਂ ਬਿਨਾਂ ਮਨੁੱਖ ਦੇ ਜਾਣ ਦੀ ਸਮਰੱਥਾ ਨਹੀਂ ਹੈ। ਸਮੇਰ ਪਰਬਤ ਹੈ, ਉੱਥੇ ਮਨੁੱਖ ਨਹੀਂ ਜਾ ਸਕਦਾ। ਆਪਣਾ ਹੇਮਕੁੰਡ ਸਾਹਿਬ ਦੀ ਅਸਥਾਨ ਹੈ, ਉੱਥੇ ਮਨੁੱਖ ਨਹੀਂ ਜਾ ਸਕਦਾ। ਥੋੜ੍ਹੇ ਸਮੇਂ ਵਾਸਤੇ ਖੁੱਲ੍ਹਦੇ ਨੇ, ਮਨੁੱਖ ਦੇ ਜਾਣ ਦੀ ਸਮਰੱਥਾ ਨਹੀਂ ਹੈ। ਇਸ ਕਰਕੇ ਉਹਨੂੰ ਕਹਿੰਦੇ ਦੇਵ ਲੋਕ। ਕਈ ਮਨੁੱਖਾਂ ਕੋਲ ਪਤਾਲ ਦਾ ਰਾਜ ਹੈ, ਜਿੱਥੇ ਦੇਵਤਿਆਂ ਦੀ ਮਰਜ਼ਾਦਾ ਚੱਲਦੀ ਹੈ, ਉੱਥੇ ਦੇਵਤਿਆਂ ਦਾ ਰਾਜ ਹੈ। ਜਿੱਥੇ ਦੇਵਤਿਆਂ ਦੀ ਮਰਜ਼ਾਦਾ ਨਹੀਂ, ਰਾਖਸ਼ਾਂ ਦਾ ਜ਼ੋਰ ਹੈ, ਰਾਖਸ਼ਾਂ ਦੀ ਮਰਜ਼ਾਦਾ ਚੱਲਦੀ ਹੈ। ਰਾਖਸ਼ਾਂ ਦੀ ਮਰਜ਼ਾਦਾ ਹੈ ਜਾਨਵਰਾਂ ਨੂੰ ਮਾਰ ਮਾਰ ਕੇ ਖਾਣਾ। ਜਾਨਵਰ ਮਾਰ ਕੇ ਖਾਣੇ, ਧਾਰਮਿਕ ਪੱਖ ਦਾ ਕੋਈ ਗਿਆਨ ਨਹੀਂ। ਜੇ ਧਾਰਮਿਕ ਪੱਖ ਦਾ ਗਿਆਨ ਹੈ ਤਾਂ ਉਹ ਮਰਜ਼ਾਦਾ ਉਲਟ ਵਾਲੇ ਪਾਸੇ ਨੂੰ ਤੁਰਨਾ। ਇਹ ਰਾਖਸ਼ਾਂ ਦਾ ਸੁਭਾਅ ਹੈ। ਲੋਕਾਂ ਨੂੰ ਦੁਖੀ ਕਰਨਾ, ਆਪਣੀ ਐਸ਼ੋ ਇਸ਼ਰਤ ਕਰਨੀ,
ਤੇ ਧਾਰਮਿਕ ਪੱਖ ਦੇ ਵਿੱਚ ਜਿਹੜੇ ਲੋਕ ਤੁਰੇ ਆ ਉਹਨਾਂ ਨੂੰ ਦੁਖੀ ਕਰਨ ਦਾ ਯਤਨ ਕਰਨਾ, ਇਹਨੂੰ ਕਹਿੰਦੇ ਰਾਖਸ਼ ਬਿਰਤੀ। ਧਾਰਮਿਕ ਦੇਵਤਾ ਬਿਰਤੀ ਹੈ ਜਿਹੜੇ ਕਿਸੇ ਨੂੰ ਦੁਖੀਆਂ ਨੂੰ ਸੁੱਖ ਦੇਣ ਦਾ ਯਤਨ ਕਰਨ। ਜਿੱਦਾਂ ਸਾਡੇ ਕਿਸਾਨ ਅੰਦੋਲਨ ਦੇ ਅੰਦਰ ਭਾਵੇਂ ਉਹਨਾਂ ਨੂੰ ਕੁੱਟਣ ਵਾਲੇ ਲੋਕ ਵੀ ਆ, ਉਹਨਾਂ ਨੂੰ ਵੀ ਪ੍ਰਸ਼ਾਦਾ ਛਕਾਉਂਦੇ ਆ। ਉਹੀ ਪੁਲਿਸ ਵਾਲੇ ਡਾਂਗਾ ਮਾਰਦੇ ਆ, ਬਾਛੜਾਂ ਕਰਦੇ ਪਾਣੀ ਦੀਆਂ, ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਆ। ਇਹ ਧਾਰਮਿਕ ਪੱਖ ਹੈ, ਦੇਵਤਾ ਪੱਖ ਹੈ। ਨਾ ਕੋਈ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣ ਆਈ। ਕਿਸੇ ਬੰਦੇ ਦੇ ਵਿੱਚ ਭੇਦਭਾਵ ਨਹੀਂ ਰੱਖਣਾ, ਲੋਕਾਂ ਨੂੰ ਦੁਖੀ ਦੇਖ ਕੇ ਦਇਆ ਕਰਨੀ, ਆਪਣਾ ਸਰੀਰ ਤੱਕ ਵੀ ਲਾ ਦੇਣਾ। ਇਹ ਹੁੰਦਾ ਦੇਵਤਾ ਪੱਖ। ਧਾਰਮਿਕ ਪੱਖ ਨੂੰ ਅੱਗੇ ਰੱਖਣਾ, ਗੁਰੂਆਂ ਦੇ ਪੱਖ ਨੂੰ ਅੱਗੇ ਰੱਖਣਾ, ਗੁਰੂਆਂ ਦੇ ਬਚਨ 'ਤੇ ਮੰਨਣਾ, ਗੁਰੂਆਂ ਦੇ ਬਚਨ 'ਤੇ ਆਪ ਚੱਲਣਾ ਅਤੇ ਦੂਜਿਆਂ ਨੂੰ ਚੱਲਣ ਵਾਸਤੇ ਪ੍ਰੇਰਨਾ ਕਰਨੀ। ਇਹ ਹੁੰਦਾ ਇੱਕ ਦੇਵਤਾ ਪੱਖ। ਜਿਨ੍ਹਾਂ ਮੁਲਕਾਂ ਦੇ ਵਿੱਚ, ਜਿਨ੍ਹਾਂ ਸਥਾਨਾਂ ਵਿੱਚ ਦੇਵਤਿਆਂ ਦਾ ਪੱਖ ਚੱਲਦਾ ਹੈ, ਉੱਥੇ ਸਤਯੁਗ ਵਰਤਦਾ ਹੈ, ਸਤੋਗੁਣੀ ਸੁਭਾਅ ਵਰਤਦਾ ਹੈ। ਜਿੱਥੇ ਰਾਖਸ਼ਾਂ ਦਾ ਸੁਭਾਅ ਵਰਤਦਾ ਹੈ, ਉੱਥੇ ਕਲਯੁਗ ਵਰਤਦਾ ਹੈ। ਸੋ ਅੱਜ ਤਾਂ ਦੇਵਤਾ ਪੱਖ ਖਤਮ ਹੈ। ਸਾਰਿਆਂ ਜਗ੍ਹਾ ਦੇ ਵਿੱਚ, ਸਾਰਿਆਂ ਸਥਾਨਾਂ 'ਤੇ ਰਾਖਸ਼ਾਂ ਦਾ ਪੱਖ ਭਾਰੂ ਹੈ। ਰਾਖਸ਼ਾਂ ਦਾ ਪੱਖ ਭਾਰੂ ਇਸ ਤਰ੍ਹਾਂ ਹੈ, ਧਾਰਮਿਕ ਸਥਾਨ ਵਿੱਚ ਆਉਣਾ ਸੀ ਬਖਸ਼ਾਈ ਕਰਾਉਣ ਵਾਸਤੇ, ਗੁਰਦੁਆਰਿਆਂ ਵਿੱਚ ਕੁਰਸੀਆਂ ਲਾਤੀਆਂ। ਗੁਰੂ ਸਾਹਿਬਾਂ ਦੇ ਸਾਹਮਣੇ ਰਾਖਸ਼ ਹੀ ਕੁਰਸੀ ਢਾਹ ਕੇ ਬਹਿੰਦਾ, ਦੂਜਾ ਤਾਂ ਬਹਿੰਦਾ ਨਹੀਂ, ਹੰਕਾਰੀ ਪੁਰਸ਼ ਹੀ ਬੈਠੂਗਾ। ਜਿਹੜਾ ਦੇਵਤਾ ਪੱਖ ਹੈ ਉਹ ਤਾਂ ਨੀਵਾਂ ਹੋ ਕੇ ਗੁਰੂ ਦੇ ਚਰਨਾਂ ਵਿੱਚ ਆਸਰਾ ਜਗ੍ਹਾ ਮੰਗੇਗਾ। ਜਿਹੜਾ ਰਾਖਸ਼ ਪੱਖ ਹੈ, ਹੰਕਾਰੀ ਪੱਖ ਹੈ, ਉਹ ਗੁਰੂ ਸਾਹਮਣੇ ਆ ਕੇ ਵੀ ਕੁਰਸੀ ਭਾਲਦਾ, ਅੱਗੇ ਪਿੱਛੇ ਤਾਂ ਚਾਹੁੰਦਾ ਹੀ ਕੁਰਸੀ ਹੈ। ਉਹ ਗੁਰੂ ਦੇ ਸਾਹਮਣੇ ਆ ਕੇ ਵੀ ਕੁਰਸੀ 'ਤੇ ਬੈਠਣ ਦੀ ਕੋਸ਼ਿਸ਼ ਕਰਦਾ। ਇਹ ਇੱਕ ਰਾਖਸ਼ ਪੱਖ ਹੈ। ਗੁਰਦੁਆਰਿਆਂ ਵਿੱਚ ਆ ਕੇ ਖੜ੍ਹੇ ਹੋ ਕੇ ਇਕੱਠੇ ਹੋ ਕੇ ਖਾਣਾ, ਇਹ ਰਾਖਸ਼ ਪੱਖ ਹੈ। ਗੁਰੂ ਅਮਰਦਾਸ ਮਹਾਰਾਜ ਨੇ ਮਰਜ਼ਾਦਾ ਚਲਾਈ ਸੀ, ਪਹਿਲੇ ਪੰਗਤ ਪਾਛੇ ਸੰਗਤ। ਜਦੋਂ ਪੰਗਤ ਲੱਗਦੀ ਹੈ ਫਿਰ ਇਕੱਲਾ ਇਕੱਲਾ ਬੰਦਾ ਛਕਦਾ, ਇਕੱਠੇ ਹੋ ਕੇ ਨਹੀਂ ਛਕਦੇ। ਡਾਕਟਰੀ ਪੱਖ ਦੇ ਅਨੁਸਾਰ ਵੀ ਡਾਕਟਰ ਇੱਕ ਦੂਜੇ ਦੀ ਜੂਠ ਖਾਣ ਤੋਂ ਹੁਣ ਤਾਂ ਪਤਾ ਹੀ ਲੱਗ ਗਿਆ, ਜਾਂ ਕਰੋਨਾ ਆ ਗਿਆ, ਸਾਰੀ ਦੁਨੀਆ ਦੂਰ ਬਹਿ ਬਹਿ ਕੇ ਖਾਣ ਲੱਗ ਗਈ, ਇੱਕ ਦੂਜੇ ਤੋਂ ਨਫ਼ਰਤ ਕਰਨ ਲੱਗ ਗਏ। ਸਾਡੇ ਸਿੱਖ ਧਰਮ ਦੇ ਅੰਦਰ ਗੁਰੂਆਂ ਨੇ ਪਹਿਲਾਂ ਹੀ ਇਹ ਮਰਜ਼ਾਦਾ ਬਣਾਈਆਂ ਸੀ। ਮੂੰਹ ਢੱਕ ਕੇ ਵਰਤਾਉਣਾ, ਹੱਥ ਧੋ ਕੇ ਖਾਣੇ ਨੂੰ ਲਾਉਣੇ, ਅਤੇ ਹੱਥ ਵਿੱਚ ਥਾਲ ਨਹੀਂ ਫੜਾਉਣਾ, ਬਰਤਨ ਥੱਲੇ ਰੱਖਣਾ। ਇਹ ਮਰਜ਼ਾਦਾ ਸਾਡੇ ਗੁਰੂ ਸਾਹਿਬਾਂ ਨੇ ਪਹਿਲਾਂ ਹੀ ਚਲਾਈਆਂ ਸਨ। ਉਹ ਮਰਜ਼ਾਦਾ ਜਿੱਥੇ ਅੱਜ ਵੀ, ਉੱਥੇ ਜਿੱਥੇ ਦੇਵਤਾ ਪੱਖ ਹੈ। ਰਾਖਸ਼ ਪੱਖ ਹੈ, ਜਾਨਵਰਾਂ ਦਾ ਮਾਸ ਕੱਟ ਕੱਟ ਕੇ ਖਾਣਾ। ਧਾਰਮਿਕ ਪੱਖ ਵਿੱਚ ਜਾ ਕੇ, ਅੱਗੇ ਜਾ ਕੇ ਆਪਣੇ ਆਪ ਨੂੰ ਧਾਰਮਿਕ ਦਰਸਾਉਣ ਦਾ ਯਤਨ ਕਰਨਾ, ਪਰ ਬਿਰਤੀ ਰਾਖਸ਼ਾਂ ਵਾਲੀ ਹੋਣੀ। ਧਾਰਮਿਕ ਪੱਖ 'ਤੇ ਸ਼ਰਧਾ ਨਹੀਂ ਹੋਣੀ, ਲੋਕਾਂ ਨੂੰ ਖਰਾਬ ਕਰਨਾ। ਗੁਰਦੁਆਰਿਆਂ 'ਤੇ ਜਾ ਕੇ, ਧਾਰਮਿਕ ਸਥਾਨਾਂ 'ਤੇ ਜਾ ਕੇ ਲੜਾਈਆਂ ਝਗੜੇ ਕਰਨੇ ਰਾਖਸ਼ ਪੱਖ ਹੈ। ਜਦੋਂ ਇਹ ਪੱਖ ਵੱਧ ਜਾਂਦਾ ਹੈ, ਪਹਿਲਾਂ ਦੇਵਤਾ ਪੱਖ ਸੀ ਸਾਡੇ ਹਿੰਦੁਸਤਾਨ ਦੀ ਧਰਤੀ 'ਤੇ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਹਦਾ ਜ਼ਿਕਰ ਦਸਮ ਗ੍ਰੰਥ ਦੀ ਬਾਣੀ ਵਿੱਚ ਕੀਤਾ ਹੈ। ਜਬ ਹਮ ਪਹਿਲੇ ਸ੍ਰਿਸ਼ਟ ਬਣਾਈ, ਦਈਏ ਤੇ ਦੁਸ਼ਟ ਰਚੇ ਦੁਖਦਾਈ। ਜਦੋਂ ਕਹਿੰਦੇ ਸ੍ਰਿਸ਼ਟੀ ਨਿਰੰਕਾਰ ਜੀ ਕਹਿੰਦੇ ਅਸੀਂ ਬਣਾਈ ਆ, ਅਸੀਂ ਦੁਸ਼ਟਾਂ ਨੂੰ ਪੈਦਾ ਕੀਤਾ ਪਹਿਲਾਂ। ਤੇ ਵੀ ਬਲ ਭੁਜ ਬਬਰੇ ਹੋ ਗਏ, ਪੂਜਿਤ ਪਰਮ ਪੁਰਖ ਰਹਿ ਗਏ। ਕਹਿੰਦੇ ਆਪਣੀਆਂ ਬਲ ਪੂਜਾ ਬਲੀਆਂ ਲੈਣ ਲੱਗ ਗਏ, ਪੂਜਾ ਤੋਂ ਰਹਿਤ ਹੋ ਗਏ। ਆਪਣੇ ਹੀ ਪਰਮੇਸ਼ਰ ਕਹਾਏ, ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲੱਗ ਗਏ। ਤਬ ਹਮ ਤਮ ਕਤਨਕ ਮੋ ਖਾਪੇ, ਤਿਨ ਕੀ ਠੌਰ ਦੇਵਤਾ ਥਾਪੇ। ਕਹਿੰਦੇ ਉਹਨਾਂ ਦੀ ਜਗ੍ਹਾ ਅਸੀਂ ਦੇਵਤਿਆਂ ਨੂੰ ਬਹਾਲ ਦਿੱਤਾ। ਦੇਵਤਿਆਂ ਨੇ ਵੀ ਆਪਣਾ ਫਿਰ ਕੰਮ ਕੀ ਕੀਤਾ, ਤੇ ਵੀ ਬਲ ਪੂਜਾ ਉਰਝਾਏ, ਆਪਣੇ ਹੀ ਪਰਮੇਸ਼ਰ ਕਹਾਏ। ਜਦੋਂ ਦੇਵਤਿਆਂ ਨੇ ਕੰਮ ਸ਼ੁਰੂ ਕੀਤਾ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਅਪਮਾਨ ਉਤਾਰਨ ਦੇਵਤਿਆਂ। ਜਦੋਂ ਕਿਸੇ ਨੂੰ ਹੰਕਾਰ ਆ ਜਾਂਦਾ, ਉਹ ਫਿਰ ਰੱਬ ਤੋਂ ਦੂਰ ਹੋ ਜਾਂਦਾ। 5 ਨੇ ਚੀਜ਼ਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੰਕਾਰ ਭਾਵੇਂ ਸਾਰਿਆਂ ਤੋਂ ਬਾਅਦ ਵਿੱਚ ਆਉਂਦਾ, ਕਾਮ ਸਾਰਿਆਂ ਤੋਂ ਮੋਹਰੇ ਆਉਂਦਾ, ਲਿਖਣ ਵਿੱਚ ਇੱਦਾਂ ਹੀ ਆਉਂਦਾ ਸਦਾ ਹੀ। ਪਰ ਜਿਹਨੂੰ ਪਰਮੇਸ਼ਰ ਨੇ ਮਾਰਨਾ ਹੁੰਦਾ, ਉਹਦੇ ਵਿੱਚ ਹੰਕਾਰ ਬਿਰਤੀ ਲਿਆਉਂਦਾ। ਪਹਿਲਾਂ ਹੰਕਾਰ ਨੂੰ ਪਰਮੇਸ਼ਰ ਬਖਸ਼ਦਾ ਨਹੀਂ ਹੈ। ਹਰ ਜੂ ਹੰਕਾਰ ਨਾ ਪਾਵਈ, ਵੇਦ ਕੂਕ ਸੁਣਾਵਈ। ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ। ਜਿਹਨੂੰ ਮਾਰਿਆ ਉਹਨੂੰ ਹੰਕਾਰ ਲਿਆਂਦਾ, ਪਹਿਲਾਂ ਹੰਕਾਰ ਲਿਆ ਕੇ ਉਹਨੂੰ ਮਾਰ ਦਿੱਤਾ।
ਤਾਂ ਫਿਰ ਮਹਿਖਾਸਰ ਇੱਕ ਦੈਂਤ ਪੈਦਾ ਕੀਤਾ, ਜਿਹਦਾ ਬਹੁਤ ਜ਼ਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ ਹੈ। ਏਡੇ ਏਡੇ ਸਰੀਰ ਸਨ ਉਹਨਾਂ ਦੇ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ। ਉਖਲ ਦੇਖੇ ਹੋਣੇ ਤੁਸੀਂ, ਜਿਨ੍ਹਾਂ ਵਿੱਚ ਚੌਲਾਂ ਨੂੰ ਛੱਡ ਕੇ ਚੌਲ ਕੱਢਦੇ ਆ, ਫੱਕ ਵੱਖਰੀ ਕੱਢਦੇ ਆ। ਲੱਕੜੀ ਦਾ ਉਖਲ ਹੁੰਦਾ ਅਤੇ ਲੱਕੜੀ ਦਾ ਮੋਲਾ ਹੁੰਦਾ। ਉਖਲ ਦੇਖ ਲਓ ਕਿੱਡਾ ਕੁ ਹੁੰਦਾ। ਉਹ ਜਿਹੜੇ ਮਹਿਖਾਸਰ ਦੈਂਤ ਸੀ, ਇਹਨਾਂ ਦੀਆਂ ਉਖਲੀਆਂ ਵਰਗੀਆਂ ਨਾਸਾਂ ਸਨ, ਐਡੇ ਐਡੇ ਵੱਡੇ ਸਰੀਰ ਸਨ, ਜਿਨ੍ਹਾਂ ਦੇ ਮੂੰਹ ਆਲਿਆਂ ਵਰਗੇ ਸਨ। ਜਿੱਦਾਂ ਆਲੇ ਨਹੀਂ ਪਿੰਡਾਂ ਵਿੱਚ ਪੁਰਾਣੇ ਮਕਾਨਾਂ ਵਿੱਚ ਬਣੇ ਹੁੰਦੇ ਆਲੇ, ਦੀਵੇ ਦੂਵੇ ਰੱਖਣੇ ਨੂੰ, ਆਲਿਆਂ ਵਰਗੇ ਮੂੰਹ ਸਨ। ਉਖਲੀਆਂ ਨਾਸਾਂ, ਜਿਨ੍ਹਾਂ ਮੂੰਹ ਜਾਪਣੇ ਆਲੇ, ਤਾਏ ਦੇਵੀ ਸਾਹਮਣੇ ਵੀਰ ਮੁੱਛੜੀ ਆਲੇ, ਵੱਡੇ ਵੱਡੇ ਆਕਾਰਾਂ ਵਾਲੇ ਸਰੀਰ। ਇੱਥੇ ਦੁਰਗਾ ਨੇ ਲੜਾਈ ਵਿੱਚ ਮਹਿਖਾਸਰ ਦੈਂਤ ਦੇ ਨਾਲ ਲੜਾਈ ਹੋਈ ਦੁਰਗਾ ਮਾਤਾ ਦੀ, ਜਿਹੜੀ ਦੁਰਗਾ ਮਾਤਾ ਨੂੰ ਨਹੀਂ ਪੈਦਾ ਹੋਈ। ਇਹ ਮਹਿਖਾਸਰ ਦੈਂਤ ਨੇ 3 ਲੋਕ 'ਤੇ ਰਾਜ ਕੀਤਾ। ਪਤਾਲ ਵੀ, ਪਤਾਲ ਸਮਝ ਲਓ ਅਮਰੀਕਾ, ਕੈਨੇਡਾ, ਇੰਗਲੈਂਡ, ਸਾਰੇ ਜਿਹੜੇ ਪਤਾਲ ਵਿੱਚ ਰਾਜ ਹਨ, ਉਹਨਾਂ ਸਾਰਿਆਂ 'ਤੇ ਆਪਣੀ ਮਰਜ਼ਾਦਾ ਕਾਇਮ ਕੀਤੀ। ਲੋਕਾਂ ਨੂੰ ਦੁਖੀ ਕਰਨਾ, ਮਾਸ ਖਾਣੇ, ਹੰਕਾਰ ਬਿਰਤੀ ਵਰਤਾਉਣੀ, ਦੁਨੀਆ ਨੂੰ ਤੰਗ ਕਰਨਾ। ਤੈਂ ਲੋਕੀ ਰਾਜ ਕਮਾਇਆ। ਮਾਤ ਲੋਕ ਵਿੱਚ ਵੀ ਆਪਣਾ ਰਾਜ ਕਾਇਮ ਕੀਤਾ। ਮਾਤ ਨੂੰ ਛੱਡ ਕੇ ਦੇਵ ਲੋਕ ਦੇ ਵਿੱਚ ਮਨੁੱਖ ਨਹੀਂ ਜਾ ਸਕਦਾ, ਉੱਥੇ ਵੀ ਆਪਣਾ ਰਾਜ ਕਾਇਮ ਕਰ ਰਿਹਾ। ਇੰਦਰ ਵਰਗੇ ਜਿੱਥੇ ਰਾਜੇ ਬੈਠੇ ਸਨ, ਇੰਦਰ ਵਰਗਿਆਂ ਨੂੰ ਵੀ ਉੱਥੋਂ ਕੱਢ ਦਿੱਤਾ। ਇਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੱਥ ਲਿਖਤ ਹੈ। ਇੱਕ ਦਿਹਾੜੇ ਨਾਵਣ ਆਈ ਦੁਰਗਸ਼ਾ, ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ। ਛੀਨ ਲਈ ਠਕਰਾਈ ਸਾਤੇ ਦਾਨਵੀ, ਲੋਕੀ ਤਹੀਂ ਫਰਾਈ ਦੋਹੀ ਆਪਣੀ। ਬੈਠੇ ਬਾਏ ਵਧਾਈ ਤੇ ਅਮਰਾਵਤੀ, ਦਿੱਤੇ ਦੇ ਭਜਾਈ ਸਭਨਾ ਰਾਖਸ਼ਾਂ। ਕਿਨੇ ਨਾ ਜਿੱਤਾ ਜਾਈ ਮਹਿਖੇ ਦੈਤ ਨੂੰ, ਤੇਰੀ ਸਾਮਤਕਾਈ ਦੇਵੀ ਦੁਰਗਸ਼ਾ। ਦੁਰਗਾ ਬੈਣ ਸੁਣੰਦੀ ਹੱਸੀ ਹੜ ਹੜਾਏ, ਉਹੀ ਸੀ ਮਗਾਇਆ ਰਾਖਸ਼ ਪਖਣਾ। ਚਿੰਤਾ ਕਰੋ ਨਾ ਕਾਈ, ਦੇਵਾਂ ਨੂੰ ਆਖਿਆ, ਰੋਹ ਹੋਈ ਮਹਾਮਾਈ ਰਾਖਸ਼ ਮਾਰਨੇ। ਜਦੋਂ ਮਹਿਖਾਸਰ ਦੈਂਤ ਨੇ ਬਹੁਤ ਦੁਨੀਆ ਦੁਖੀ ਕੀਤੀ, ਮੇਰੇ ਤੋਂ ਬਿਨਾਂ ਕੋਈ ਦੁਨੀਆ ਵਿੱਚ ਹਰਨਾਕਸ਼ ਮੰਗਰ, ਮਹਿਖਾਸਰ ਨੇ ਕਿਹਾ ਮੈਂ ਹੀ ਹਾਂ ਦੁਨੀਆ ਅੰਦਰ, ਮੇਰਾ ਹੀ ਨਾਮ ਜਪਿਆ ਜਾਵੇ। ਮੈਂ ਇੰਦਰ ਵਰਗੇ ਰਾਜੇ ਜਿਹੜੇ ਦੇਵਤਿਆਂ ਦੇ ਮੁਖੀ ਹਨ ਉਹ ਵੀ ਕੱਢ ਦਿੱਤੇ, ਮੇਰੇ ਤੋਂ ਬਿਨਾਂ ਕੋਈ ਦੁਨੀਆ 'ਚ ਹੈ ਨਹੀਂ। ਨਾਮ ਜਪਣ 'ਤੇ ਪਾਬੰਦੀ ਲਾ ਦਿੱਤੀ। ਜਿਹੜਾ ਕੋਈ ਨਾਮ ਜਪਦਾ ਸੀ ਉਹਨੂੰ ਦੁਖੀ ਕਰਨ ਦਾ ਯਤਨ ਕਰਦੇ ਸੀ। ਜਿਹੜਾ ਕੋਈ ਕਿਰਤ ਆਪਣੇ ਹੱਥੀਂ ਕਰਦਾ ਸੀ ਉਹਨਾਂ ਨੂੰ ਦੁਖੀ ਕਰਦੇ ਸੀ। ਉਸ ਵੇਲੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੱਥ ਲਿਖਤ ਹੈ। ਸਾਰੇ ਦੇਵਤੇ ਇਕੱਠੇ ਹੋ ਕੇ ਹੇਮਕੁੰਡ ਸਾਹਿਬ ਦੀ ਧਰਤੀ, ਜਿਹਨੂੰ ਦੇਵ ਲੋਕ ਕਹਿੰਦੇ, ਮਾਤ ਲੋਕ, ਦੇਵ ਲੋਕ, ਪਤਾਲ ਲੋਕ, ਉੱਥੇ ਜਾ ਕੇ ਇੱਕ ਕੁੰਡ ਪਟਿਆ। ਅੱਗੇ ਜੱਗ ਕਰਦੇ ਹੁੰਦੇ ਸਨ। ਜੱਗ ਕਰਕੇ ਵੇਦਾਂ ਦਾ ਮੰਤਰ ਪੜ੍ਹ ਕੇ ਵਿੱਚ ਆਹੂਤੀ ਪਾਉਂਦੇ ਹੁੰਦੇ ਸਨ। 24-25 ਜੜੀ ਬੂਟੀਆਂ ਜਿਹੜੀਆਂ ਅੱਜ ਸੰਤ ਸੰਪਰਦਾਵਾਂ ਦੇ ਅੰਦਰ, ਟਕਸਾਲਾਂ ਦੇ ਅੰਦਰ, ਨਿਹੰਗ ਸਿੰਘ ਸੰਪਰਦਾਵਾਂ ਦੇ ਅੰਦਰ, ਉਹੀ ਧੂਫ ਜਿਹੜਾ ਹਿੰਦੂ ਧਰਮ ਦੇ ਅੰਦਰ ਵੀ ਹਵਨ ਕੁੰਡ ਦੇ ਵਿੱਚ ਪਾਇਆ ਜਾਂਦਾ ਹੈ। ਉਹ 24-25 ਚੀਜ਼ਾਂ, ਮੇਵੇ ਰਲਾ ਕੇ, ਗੋਕਾ ਘੇ ਰਲਾ ਕੇ, ਹੋਰ ਪਵਿੱਤਰ ਚੀਜ਼ਾਂ ਰਲਾ ਕੇ ਬਣਾਇਆ ਜਾਂਦਾ ਹੈ। ਇਹ ਇੱਕ ਕੁੰਡ ਪੱਟ ਕੇ ਉੱਥੇ ਉਹਦੇ ਵਿੱਚ ਇਹ ਪਵਿੱਤਰ ਚੀਜ਼ਾਂ ਪਾ ਕੇ ਵੇਦਾਂ ਦੇ ਮੰਤਰ ਪੜ੍ਹਨੇ ਸ਼ੁਰੂ ਕੀਤੇ, ਭਗਵਾਨ ਦਾ ਆਰਾਧਨ ਸ਼ੁਰੂ ਕੀਤਾ। ਸਭੋ ਭੱਜੇ ਆਸਰਾ ਚੁੱਕੇ ਸਭ ਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਤੋਂ ਲੱਗੇ ਨਾ ਤੱਤੀ ਬਾਓ। ਜਦੋਂ ਪਰਮੇਸ਼ਰ ਦਾ ਆਸਰਾ ਕਿਤੇ ਪਰਮੇਸ਼ਰ ਨੂੰ ਚੇਤੇ ਕਰੀਏ ਫਿਰ ਤੱਤੀ ਬਾ ਲੱਗਦੀ ਨਹੀਂ ਹੈ, ਪਰ ਉਹਨੂੰ ਚੇਤੇ ਕਰਨਾ ਵੀ ਤਾਂ ਬੜਾ ਔਖਾ। ਉੱਥੇ ਸਾਰੇ ਦੇਵਤੇ ਇਕੱਠੇ ਹੋ ਕੇ ਨਾਮ ਜਪਣ ਵਾਲੇ ਹੇਮਕੁੰਡ ਸਾਹਿਬ ਦੀ ਧਰਤੀ 'ਤੇ ਇਹ ਹਵਨ ਜੋ ਕੁੰਡ ਦੇ ਵਿੱਚ ਆਹੂਤੀਆਂ ਪਾਈਆਂ। ਉਹਨਾਂ ਦੇ ਵੇਦ ਮੰਤਰ ਪੜ੍ਹਨ ਦੇ ਨਾਲ ਨਿਰੰਕਾਰ ਦਾ ਸਿੰਘਾਸਨ ਹਿੱਲਿਆ। ਨਿਰੰਕਾਰ ਜੀ ਨੇ ਪੁੱਛਿਆ ਕੌਣ ਪੁਕਾਰ ਕਰ ਰਿਹਾ ਹੈ। ਪਤਾ ਕੀਤਾ, ਪਤਾ ਕਰੋ ਕੌਣ ਪੁਕਾਰਾਂ ਕਰ ਰਿਹਾ ਹੈ। ਪਤਾ ਕੀਤਾ ਕਿ ਦੇਵਤੇ ਲੋਕ ਪੁਕਾਰਾਂ ਕਰ ਰਹੇ ਹਨ।
उस वेले उस कुंड दे विचों साहिब गुरु गोबिंद सिंह साहिब जी की लिखत है, उस हवन कुंड दे विच एक बहुत बड़ा प्रकाश पैदा होया, जिस प्रकाश नूं ना सहारदे होए बहुते देवते तां बेहोश हो गए। जिन्हां दे अंदर समर्था सी, कुछ अपने सुरत दे अंदर भी रहे, जिहड़े ठीक रहे उन्होंने देखिया बहुत बड़ा प्रकाश है, करोड़ां सूरजां दा प्रकाश है। निरंकार दा सूरज तां एक दा प्रकाश बंदा सूरज वल नूं नहीं देख सकदा, करोड़ां सूरजां दा प्रकाश तां बहुत है। उस प्रकाश दे विचों एक शक्ति पैदा हुई जिसका जिक्र गुरु गोबिंद सिंह साहिब जी महाराज ने अपनी लिखत विच कीता है। तैहीं दुर्गा साज के दैंतां दा नाश कराया, दुर्गा नूं साज के ही भेजिया निरंकार जी ने। ये माता नूं पैदा नहीं हुई, सिद्धी निरंकार जी वालों आ शक्ति आई है। यह बेनती आ फोनां वालियां नूं भाई, जां तां उहनूं दूजे ते ला लो, वाइब्रेशन ते ला लो। विच ये गुरु गोबिंद सिंह साहिब जी की कथा है, ये सज़ा ना मिल जाए। उन्हों का अपना ही वचन है, हर जस करते बात चलावे, कहे गोबिंद सिंह बद्धा जामपुर जावे। ठीक है जी, जेब में पा लो, इनू पता ना लगे ਇਹਦਾ बोलण का। ਉਹਦੇ ਵਿੱਚ फिर ਉੱਚੀ ਉੱਚੀ ਗੱਲਾਂ ਕਰਨ ਲੱਗ ਜਾਂਦੇ ਵਿੱਚ ਹੀ सभा ਦੇ बैठ के, ਜਿਹੜਾ बिल्कुल गुरुआं वालों ਜਿਹਦਾ बिल्कुल विरोध किया गया है, करना नहीं चाहिए है। उस वे माता दुर्गा जी हवन कुंड के विचों पैदा हुए। पूछया भाई दसो की गल है? देवतिया ने दसिया जी महाराज असी बड़े दुखी हाँ। मैं कहा सर दैंत ने, वो सारे जिन्ने दैंत ने सानू बहुत दुखी कर रहे हैं, धार्मिक पक्ष की कोई मर्यादा नहीं करन दिंदे। असी अपनी किरत करके खाने हाँ तां भी सानू खाण नहीं दिंदे। किरती मजदूर लोग दुखी ने, नाम जपण वाले दुखी ने, ਜਿਹੜੇ ਲੋਕਾਂ ਨੂੰ ਲੁੱਟ ਲੁੱਟ ਖਾਂਦੇ ਨੇ ਸੁਖੀ ਨੇ। ਉਸ ਦੁਰਗਾ ਨੇ ਕਿਹਾ ਚਲੋ ਭਾਈ ਅਸੀਂ ਆਉਂਦੇ ਹਾਂ। ਉਹ ਦੁਰਗਾ ਮਾਤਾ ਫਿਰ ਇਹ ਚੰਡੀਗੜ੍ਹ ਦੀ ਧਰਤੀ ਜਿੱਥੇ ਤੁਸੀਂ ਬੈਠੇ ਹੋ, ਅੱਜ ਜਿਸ ਅਸਥਾਨ 'ਤੇ ਤੁਸੀਂ ਬੈਠੇ ਹੋ, ਇਹ ਪਿੰਡ ਬੈਂਸੇ ਟਿੱਬੇ ਦੇ ਵਿੱਚ ਪੈਂਦਾ। ਪੈਂਸਾ ਟਿੱਬਾ ਮਹਿਖਾਸਰ ਦੇ ਨਾਮ 'ਤੇ ਹੀ ਰੱਖਿਆ ਗਿਆ ਹੈ। ਚੰਡੀਗੜ੍ਹ ਚੰਡੀ ਦੇ ਨਾਮ 'ਤੇ ਰੱਖਿਆ ਗਿਆ, ਕਾਲੀ ਦੇ ਨਾਮ 'ਤੇ ਕਾਲਕਾ ਸ਼ਹਿਰ ਦਾ ਨਾਮ ਰੱਖਿਆ ਗਿਆ। ਇਹ ਸਾਰਾ ਯੁੱਧ ਮਹਿਖਾਸਰ ਦੇ ਨਾਲ ਇੱਥੇ ਆ ਕੇ ਦੁਰਗਾ ਮਾਤਾ ਜੀ ਨੇ ਕੀਤਾ ਹੈ। ਇਸ ਧਰਤੀ 'ਤੇ ਇੰਨਾ ਯੁੱਧ ਹੋਇਆ, ਇੰਨਾ ਲਹੂ ਵਗਿਆ। ਜਿਹੜਾ ਘੱਗਰ ਦਰਿਆ ਸੀ ਮਹਿਖਾਸਰ ਦੇ ਲਹੂ ਦੇ ਨਾਲ ਵਗਿਆ। ਇਹ ਸਾਰੀ ਧਰਤੀ ਲਹੂ ਨਾਲ ਰੰਗੀ ਗਈ ਆ। ਅੱਜ ਵੀ ਧਰਤੀ ਦੇਖੋ, ਕਰਾਲੀ ਤੋਂ ਲੈ ਕੇ ਇਹ ਸਾਰਾ ਉੱਪਰ ਪਹਾੜ ਤੱਕ ਸਾਰੀ ਲਾਲ ਰੰਗ ਦੀ ਧਰਤੀ ਹੈ। ਇਹ ਉਸ ਵੇਲੇ ਮਹਿਖਾਸਰ ਵਰਗੇ ਦੈਂਤਾਂ ਨਾਲ ਯੁੱਧ ਕੀਤਾ। युद्ध करते करते माता दुर्गा जी राज देवतियां नूं दे जाते सन, आप अलोप हो जाते सन। वो देवतियां नूं फिर मार कुट के राक्षस फिर राज खो लेंदे सन। मਹਿਖਾਸਰ ਦੇ सहयोगी तूमर नैण वर्गे, होर बलोचन तूम वर्गे, होर सुंभ नसुंभ वर्गे, सुंभ नसुंभ गमानी जन्मे सूर में इंद्र की राजधानी तकी जितनी, इदां दे ਮਹਿਖਾਸਰ ਦੇ सहयोगी सन। वो फिर राज फिर दोबारा खो लेंदे सन। वो फिर दुर्गा जी आके फिर राज दे जाते सन। उन्होंने राक्षसां कोई एक शक्ति सी, ताकत सी, जदों उन्होंने हार होंदी महसूस होंदी आकाश नूं उड़ जाते सन। तपस्या कीतियां होईयां सन, पावरां लईयां होईयां सन। ਮਹਿਖਾਸਰ ने भी तपस्या करके वर लए हुए सन, मेरी जिहड़ी औलाद है माता नूं पैदा ना होवे, जिथे मेरे लहू की बूंद डिग जाए उत्थों पुत्र पैदा हो जाए। एक फिर इस तरह का राक्षस उहदे विच पैदा होया, जिहदे लहू तो सरवणत बीज जिहदा नाम है, सरवणत बीज बधाइयां सूरतां, उहदे लहू तो जिथे बूंद डिगदी सी राक्षस पैदा हो जाता सी। इन्ने राक्षस धरती ते पैदा हो गए, पैर रखण नूं जगह ना लभे। फिर माता दुर्गा जी अलोप हो गए। फिर दोबारा फिर जदों राक्षसां ते चढ़ाई की, फिर माता दुर्गा जी ने काली नूं पैदा किया, जिहदे नाम ते कालका है। चंड चितारी कालका मन बाला रोस बढ़ाए के, निकली मत्था फोड़ के जन फतेह निशान बजाए के, जाग सो जम्मी जुद्ध नूं जरवाना जन्म रड़ाए के। माता दुर्गा ने मत्था पहाड़ विच मारिया, जिहदे विच मत्थे विचों पैदा हुई काली।
ਉਹਨੇ ਫਿਰ ਖੱਪਰ ਲੈ ਕੇ ਰਾਖਸ਼ਾਂ ਦਾ ਲਹੂ ਥੱਲੇ ਨਹੀਂ ਡਿੱਗਣ ਦਿੱਤਾ। ਖੱਪਰ ਲੈ ਕੇ ਉੱਪਰ ਜਾ ਕੇ ਕਾਸ਼ ਵਿੱਚ ਇਹਨਾਂ ਨੂੰ ਵੱਢਦੇ ਸੀ, ਥੱਲੇ ਲਹੂ ਡਿੱਗਣ ਨਹੀਂ ਦਿੰਦੇ ਸੀ। ਫਿਰ ਰਾਖਸ਼ਾਂ ਦਾ ਖਾਤਮਾ ਕੀਤਾ। ਸਭ ਤੋਂ ਅਖੀਰ ਦੇ ਵਿੱਚ ਸੁੰਭ ਨਸੁੰਭ ਸਨ ਮੈਖਾਸਰ ਦੇ ਵਿੱਚੋਂ। ਸੁੰਭ ਨਸੁੰਭ ਗਮਾਨੀ ਜਨਮੇ ਸੂਰਮੇ, ਇੰਦਰ ਦੀ ਰਾਜਧਾਨੀ ਤੱਕੀ ਜਿੱਤਣੀ, ਇੰਦਰਪੁਰੀ ਦੇ ਧਾਵਣਾ ਬੜ ਜੋਧੀ ਮਤਾ ਪਕਾਇਆ। ਆਖਰ ਦੇ ਵਿੱਚ ਸੁੰਭ ਨਸੁੰਭ ਪਠਾਇਆ ਜੰਮ ਦੇ ਧਾਮ ਨੂੰ, ਇੰਦਰ ਸੱਦ ਬੁਲਾਇਆ ਰਾਜੇ ਅਪਕੇਖ ਨੂੰ, ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ, 14 ਲੋਕਾਂ ਛਾਇਆ ਜਸ ਜਗ ਮਾਤ ਦਾ, ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਫਿਰ ਨ ਜੂਨੀ ਆਇਆ ਜਿਹਨੇ ਗਾਇਆ। ਇਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਹੱਥ ਲਿਖਤ ਹੈ। ਇਹ ਮਾਤਾ ਦੁਰਗਾ ਜੀ ਫਿਰ ਦੇਵਤਿਆਂ ਨੂੰ ਰਾਜ ਦੇ ਕੇ ਜਦੋਂ ਚਲੇ ਗਏ ਤੇ ਰਾਖਸ਼ ਇੰਨੇ ਵੱਧ ਗਏ, ਉਹਨਾਂ ਨੇ ਫਿਰ ਮਾਤਾ ਦੁਰਗਾ ਜੀ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਉਹ ਹੇਮਕੁੰਟ ਸਾਹਿਬ ਦੀ ਧਰਤੀ ਵੱਲ ਨੂੰ ਵਾਪਸ ਚਲੇ ਗਏ, ਉੱਧਰੋਂ ਹੀ ਆਏ ਸੀ ਉੱਥੇ ਚਲੇ ਗਏ। ਜਾਂਦਿਆਂ ਜਾਂਦਿਆਂ ਉੱਥੇ ਇੱਕ ਰਿਖੀ ਬੈਠੇ ਸਨ, ਪਤਾ ਨਹੀਂ ਕਿਹੜੇ ਯੁੱਗ ਦੇ ਬੈਠੇ ਸਨ। ਉਹਨਾਂ ਦੇ ਪਰਵੱਟੇ ਧਰਤੀ ਨਾਲ ਲੱਗੇ ਹੋਏ ਸਨ। ਉਹਨਾਂ ਨੇ ਥੱਲੇ ਸ਼ੇਰ ਦੀ ਖੱਲ ਵਿਛਾਈ ਹੋਈ ਸੀ, ਪਤਾ ਨਹੀਂ ਕਿਹੜੇ ਯੁੱਗ ਦੇ, ਕਿਉਂਕਿ ਪਵਿੱਤਰ ਧਰਤੀਆਂ ਸਨ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਪੱਸਿਆ ਕੀਤੀ ਹੈ, ਹੇਮਕੁੰਟ ਸਾਹਿਬ ਦੀ ਧਰਤੀ 'ਤੇ। ਸਾਹਿਬ ਕਹਿੰਦੇ ਪਾਂਡੂ ਰਾਜੇ ਨੇ ਵੀ ਜੋਗ ਉੱਥੇ ਹੀ ਕਮਾਇਆ ਹੈ। ਪੰਡ ਰਾਜ ਜੇ ਜੋਗ ਕਮਾਵਾਂ, ਉਸ ਪਵਿੱਤਰ ਧਰਤੀ 'ਤੇ ਪਾਂਡੂ ਰਾਜੇ ਨੇ ਵੀ ਜੋਗ ਕਮਾਇਆ ਹੈ। ਉਸੇ ਪਵਿੱਤਰ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਤਪੱਸਿਆ ਕੀਤੀ ਹੈ। ਉਸੇ ਪਵਿੱਤਰ ਧਰਤੀ 'ਤੇ ਮਾਤਾ ਦੁਰਗਾ ਨੂੰ ਪੈਦਾ ਕੀਤਾ ਦੇਵਤਿਆਂ ਨੇ, ਪ੍ਰਕਾਸ਼ ਦੇ ਵਿੱਚੋਂ ਪੈਦਾ ਕੀਤਾ। ਉਸ ਵੇਲੇ ਸਮੁੰਦਰ ਰਿਖੀ ਬੈਠੇ ਸਨ। ਰਾਖਸ਼ਾਂ ਨੂੰ ਨਹੀਂ ਇਸ ਗੱਲ ਦਾ ਗਿਆਨ, ਧਾਰਮਿਕ ਪੱਖ ਨੂੰ ਤਾਂ ਜਾਣਦੇ ਹੀ ਨਹੀਂ। ਉਹਨਾਂ ਨੇ ਜਾ ਕੇ ਪੁੱਛਣਾ ਕੀਤਾ ਸਮੁੰਦਰ ਰਿਖੀ ਮਹਾਤਮਾ ਨੂੰ, ਇੱਧਰ ਨੂੰ ਕਈ ਜਨਾਨੀ ਜਾਂਦੀ ਦੇਖੀ ਹੈ। ਉਹ ਮਹਾਤਮਾ ਕਹਿਣ ਲੱਗੇ ਉਹ ਜਨਾਨੀ ਨਹੀਂ ਸੀ, ਪਰਮੇਸ਼ਰ ਦੀ ਸ਼ਕਤੀ ਸੀ। ਉਹਨਾਂ ਨੇ ਕਿਹਾ ਉਹਦੇ ਹੱਕ ਦੀ ਗੱਲ ਕਰਦਾ ਹੈ। ਉਹਨਾਂ ਨੇ ਮਹਾਂਪੁਰਸ਼ਾਂ ਦੀ ਬੇਇੱਜ਼ਤਕਾਰੀ ਕੀਤੀ। ਉਹਨਾਂ ਮਹਾਂਪੁਰਸ਼ਾਂ ਨੇ ਪਰਮੇਸ਼ਰ ਨੂੰ ਇੱਕ ਮਿਹਣਾ ਮਾਰਿਆ, ਨਿਰੰਕਾਰ ਨੂੰ ਮਿਹਣਾ ਮਾਰਿਆ। ਕਹਿਣ ਲੱਗੇ ਘਰ ਦੇ ਸੁੱਖ ਸਵਾਦ ਛੱਡੇ, ਦੁਨੀਆ ਦੇ ਸੁੱਖ ਸਵਾਦ ਛੱਡੇ, ਘਰ ਬਾਹਰ ਛੱਡ ਕੇ ਤੇਰੇ ਨਾਮ ਨੂੰ ਜਪਣ ਵਾਸਤੇ ਪਹਾੜਾਂ ਵਿੱਚ ਆ ਕੇ ਬੈਠੇ, ਲੋਕੇ ਬੈਠੇ, ਰਾਖਸ਼ ਲੋਕ ਇੱਥੇ ਵੀ ਬੈਠਣ ਨਹੀਂ ਦਿੰਦੇ, ਕਿੱਥੇ ਚਲੇ ਜਾਈਏ। ਜਦੋਂ ਇਹ ਮਹਾਤਮਾ ਨੇ ਇਹ ਬਚਨ ਕੀਤਾ ਤੇ ਉਹਨਾਂ ਦੀ ਰਸਨਾ ਤੋਂ ਇਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖੀ ਹੈ 100 ਸਾਖੀ ਵਿੱਚ। ਉਹਨਾਂ ਦੀ ਰਸਨਾ ਤੋਂ ਨਿਕਲ ਕੇ ਇੱਕ 16 ਸਾਲ ਦਾ ਨੌਜਵਾਨ ਮੁੰਡਾ ਸਾਹਮਣੇ ਖੜਾ ਹੋ ਗਿਆ। ਇੱਕ ਐਸਾ ਪ੍ਰਗਟ ਹੋਇਆ ਨੌਜਵਾਨ ਮੁੰਡਾ, 16 ਸਾਲ ਦੀ ਉਮਰ ਹੈ, ਬੜਾ ਜਵਾਨ ਹੈ। ਮਹਾਤਮਾ ਪੁੱਛਣ ਲੱਗੇ ਤੂੰ ਕੌਣ ਹੈ? ਉਹ ਕਹਿਣ ਲੱਗਿਆ ਜੀ ਮੈਨੂੰ ਤਾਂ ਪਤਾ ਨਹੀਂ, ਮੈਂ ਤੁਹਾਡੇ ਤੋਂ ਹੀ ਪੈਦਾ ਹੋਇਆ। ਕਹਿੰਦੇ ਤੇਰਾ ਨਾਮ ਕੀ ਹੈ? ਕਹਿੰਦੇ ਜੀ ਨਾਮ ਤਾਂ ਮੇਰਾ ਤੁਸੀਂ ਰੱਖਣਾ, ਮੈਨੂੰ ਪਤਾ ਨਹੀਂ ਮੈਂ ਕੌਣ ਹੈ। ਕਹਿੰਦੇ ਫਿਰ ਉਹ ਕਹਿੰਦਾ ਜੀ ਮੇਰਾ ਨਾਮ, ਕਹਿੰਦੇ ਤੇਰਾ ਨਾਮ ਮੈਂ ਰੱਖਿਆ ਦੁਸ਼ਟ ਦਮਨ। ਕਹਿੰਦੇ ਜੀ ਹੁਕਮ? ਕਹਿੰਦੇ ਹੁਕਮ ਹੈ ਰਾਖਸ਼ ਸਾਨੂੰ ਬੈਠਣ ਨਹੀਂ ਦਿੰਦੇ, ਰਾਖਸ਼ ਮਾਰਨੇ ਆ। ਉਹ ਦੁਸ਼ਟ ਦਮਨ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਇਕੱਲਾ ਹੀ ਹਾਂ, ਮੇਰੇ ਨਾਲ ਤਾਂ ਕੋਈ ਨਹੀਂ ਹੈ। ਉਹਨਾਂ ਮਹਾਤਮਾ ਨੇ ਸ਼ੇਰ ਦੀ ਖੱਲ ਧਰਤੀ ਤੋਂ ਚੱਕ ਕੇ ਧਰਤੀ ਦੇ ਉੱਤੇ ਮਾਰੀ, ਜਿਹਦੇ ਵਿੱਚ ਹਜ਼ਾਰਾਂ ਸ਼ੇਰ ਪੈਦਾ ਹੋਏ। ਕਹਿਣ ਲੱਗਿਆ ਤੇਰੀ ਫੌਜ ਹੋਊਗੀ, ਇਹ ਤੇਰੇ ਨਾਲ ਲੜਨਗੇ। ਉਹ ਸ਼ੇਰ ਦੀ ਖੱਲ ਤੋਂ ਇੰਨੇ ਸ਼ੇਰ ਪੈਦਾ ਹੋ ਗਏ, ਗਿਣਤੀ ਨਾ ਗਿਣੀ ਨਾ ਜਾਵੇ। ਫਿਰ ਉਹ ਨੌਜਵਾਨ ਰਾਖਸ਼ਾਂ ਨਾਲ ਲੜਨ ਲੱਗਿਆ। ਫਿਰ ਮਾਤਾ ਦੁਰਗਾ ਨੇ ਵੀ ਦੇਖਿਆ ਇੱਕ ਨੌਜਵਾਨ ਰਾਖਸ਼ਾਂ ਨਾਲ ਯੁੱਧ ਕਰ ਰਿਹਾ। ਉਹ ਜਿਹੜੇ ਮਹਾਤਮਾ ਸਮੂਹ ਲਿਖੀ ਸਨ ਉਹ ਸਰੀਰ ਛੱਡ ਗਏ। ਸਰੀਰ ਛੱਡ ਕੇ ਅਸਾਮ ਦੇ ਰਾਜਾ ਧੀਰਜ ਦਾਸੀ ਬਣੇ, ਅਸਾਮ ਦਾ ਰਾਜ ਕੀਤਾ। ਉਹਨਾਂ ਦੇ ਔਲਾਦ ਨਾ ਹੋਈ, ਕਿਉਂਕਿ ਰਾਜਾ ਦੇ ਕੋਲ ਹੋਰ ਸੁੱਖ ਸਾਧਨ, ਸਰੀਰ ਦੇ ਸੁੱਖ ਤਾਂ ਹੋ ਸਕਦੇ ਆ, ਹੋਰ ਇੱਛਾ ਪੂਰੀਆਂ ਜੇ ਰਾਜਾ ਨਹੀਂ ਕਰ ਸਕਦਾ, ਮਨ ਦੀਆਂ ਭਾਵਨਾਵਾਂ ਨੂੰ ਰਾਜਾ ਨਹੀਂ ਪੂਰਾ ਕਰ ਸਕਦਾ। ਫਿਰ ਮਨੁੱਖ ਕੋਲ ਇੱਕੋ ਇੱਕ ਹੁੰਦਾ ਧਾਰਮਿਕ ਪੱਖ ਹੁੰਦਾ, ਉੱਥੇ ਅਰਦਾਸ ਬੇਨਤੀ ਹੁੰਦੀ ਆ। ਉਹਨਾਂ ਦਿਨਾਂ ਵਿੱਚ ਰਾਜੇ ਧਰਮੀ ਸਨ, ਰਾਜੇ ਧਾਰਮਿਕ ਪੱਖ ਨੂੰ ਮੰਨਣ ਵਾਲੇ ਸਨ। ਰਾਜਾ ਧੀਰਜ ਦਾਸੀ ਅਤੇ ਉਹਨਾਂ ਦੇ ਘਰਵਾਲੀ ਰਾਣੀ, ਜਿੱਥੇ ਜਗਨਨਾਥਪੁਰੀ ਮੰਦਰ ਹੈ, ਹਿੰਦੂਆਂ ਦਾ ਬਹੁਤ ਪਵਿੱਤਰ ਮੰਦਰ ਹੈ।
ਭਗਵਾਨ ਕ੍ਰਿਸ਼ਨ ਮਹਾਰਾਜ ਦੇ ਉੱਥੇ ਅਸਥੀਆਂ ਰੱਖ ਕੇ ਕਰਨਾਟਕ ਦੇ ਰਾਜੇ ਨੇ ਮੰਦਰ ਬਣਾਇਆ ਸੀ। ਇਹ ਭਗਵਾਨ ਕ੍ਰਿਸ਼ਨ ਮਹਾਰਾਜ ਦਾ ਸੰਸਕਾਰ ਕਰਕੇ ਉਹਨਾਂ ਦੀਆਂ ਅਸਥੀਆਂ ਉੱਥੇ ਰੱਖ ਕੇ ਮੰਦਰ ਬਣਾਇਆ ਗਿਆ ਹੈ। ਉਹਨੂੰ ਬਹੁਤ ਪਵਿੱਤਰ ਮੰਦਰ ਕਹਿੰਦੇ, ਜਗਨਨਾਥ ਦਾ ਮੰਦਰ ਕਹਿੰਦੇ ਉਸ ਨੂੰ। ਉੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਚਰਨ ਪਾਏ ਸਨ। ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਪਾਂਡਿਆਂ ਨੂੰ ਆਰਤੀ ਕਰਨੀ ਦੱਸੀ ਸੀ। ਜਿਹੜਾ ਬ੍ਰਾਹਮਣ ਲੋਕ ਆਰਤੀ ਕਰਨ ਲੱਗੇ ਸੀ ਤਾਂ ਆਰਤੀ ਕਰਦਿਆਂ ਥਾਲ ਉੱਥੋਂ ਨਿਕਲ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਮੋਹਰੇ ਆ ਗਿਆ ਸੀ। ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਆਰਤੀ ਥਾਲ ਜਿਹੜੀ ਦੀਵੇ ਬਾਲੇ ਹੋਏ ਸਨ, ਉਹ ਥਾਲ ਫਿਰ ਗੁਰੂ ਨਾਨਕ ਸਾਹਿਬ ਦੇ ਮੋਹਰੇ ਆ ਕੇ ਫਿਰ ਉਹ ਥਾਲ ਆਪਣੀ ਕਿਰਿਆ ਕਰਨ ਲੱਗਾ। ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਇਹ ਉਚਾਰਿਆ ਸੀ, ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ। ਇਹ ਆਰਤੀ ਜਗਨਨਾਥਪੁਰੀ ਉਚਾਰੀ ਸੀ ਗੁਰੂ ਨਾਨਕ ਦੇਵ ਮਹਾਰਾਜ ਨੇ। ਉਹੀ ਰਾਜਾ ਧੀਰਜ ਦਾਸੀ ਅਤੇ ਉਹਦੀ ਘਰਵਾਲੀ ਜਗਨਨਾਥਪੁਰੀ ਮੰਦਰ ਵਿੱਚ ਸੇਵਾ ਕਰਨ ਲੱਗ ਗਏ। ਸੇਵਾ ਕਰਦਿਆਂ ਕਰਦਿਆਂ ਕੁਝ ਸਮਾਂ ਬਤੀਤ ਹੋਇਆ। ਸੇਵਾ ਇੱਕ ਐਸੀ ਚੀਜ਼ ਹੈ, ਤੁਸੀਂ ਸੇਵਾ ਪਸ਼ੂ ਦੀ ਕਰ ਲਓ ਉਹ ਵੀ ਕੁਛ ਨਾ ਕੁਛ ਦੇ ਦਿੰਦਾ, ਸੇਵਾ ਖੇਤੀ ਦੀ ਕਰ ਲਓ ਉਹ ਵੀ ਦੇ ਜਾਂਦਾ, ਸੇਵਾ ਕਿਸੇ ਬਜ਼ੁਰਗ ਦੀ ਕਰ ਲਓ ਉਹ ਵੀ ਕੁਛ ਦੇ ਦਿੰਦਾ। ਸੇਵਾ ਤੋਂ ਬਿਨਾਂ ਤਾਂ ਕੋਈ ਸੰਸਾਰ ਦੇ ਅੰਦਰ ਤੁਸੀਂ ਕਿਸੇ ਦੀ ਵੀ ਸੇਵਾ ਕਰ ਲਓ। ਜਿਹਦੀ ਸੇਵਾ ਕਰੋਗੇ, ਕਿਸੇ ਨੂੰ ਖੁਸ਼ ਕਰਨਾ ਹੋਵੇ ਇਹਦੀਆਂ ਲੱਤਾਂ ਘੁੱਟ ਲਓ, ਉਹਨੂੰ ਜਲ ਪਾਣੀ ਛਕਾਓ, ਉਹਨੂੰ ਪ੍ਰੇਮ ਕਰੋ, ਸੇਵਾ ਕਰੋ, ਉਹ ਖੁਸ਼ ਹੋ ਜਾਂਦਾ। ਜਿੰਨੀ ਕੁ ਸਮਰੱਥਾ ਹੁੰਦੀ ਤੁਹਾਨੂੰ ਦੇ ਦਿੰਦਾ। ਉਹ ਨਿਰੰਕਾਰ ਕੋਲ ਸਾਰੀ ਸਮਰੱਥਾ ਹੈ। ਜਿਹੜਾ ਪਰਮੇਸ਼ਰ ਨਿਰੰਕਾਰ ਦੀ ਸੇਵਾ ਕਰਦਾ, ਜੋ ਮਰਜ਼ੀ ਵਸਤੂ ਉਹਦੇ ਕੋਲੋਂ ਲੈ ਲਵੇ। ਸੇਵਾ ਦੇ ਨਾਲ ਪਰਮੇਸ਼ਰ ਛੇਤੀ ਖੁਸ਼ ਹੋ ਜਾਂਦਾ। ਕਿਸੇ ਦੀ ਉਸਤਤ ਕਰੀਏ, ਉਸਤਤ ਨਾਲ ਵੀ ਉਹ ਖੁਸ਼ ਤਾਂ ਹੋ ਜਾਂਦਾ, ਪਰ ਜਦੋਂ ਉਹਦੀਆਂ ਲੱਤਾਂ ਬਾਹਾਂ ਘੁੱਟਣ ਲੱਗ ਜਾਏਗੀ ਉਹ ਜ਼ਿਆਦਾ ਛੇਤੀ ਖੁਸ਼ ਹੋ ਜਾਂਦਾ। ਸੇਵਾ ਦਾ ਇੱਕ ਐਸਾ ਪੱਖ ਹੈ, ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਧਨ ਸੇਵਾ ਸੇਵਕ ਪ੍ਰਵਾਨ। ਸੇਵਕ ਨੂੰ ਪ੍ਰਵਾਨਗੀ ਕਰਵਾ ਦਿੰਦੀ ਹੈ ਸੇਵਾ। ਅਨਪੜ੍ਹ ਬੰਦਾ ਵੀ ਹੋਵੇ, ਨਾਮ ਨਹੀਂ ਜਪ ਸਕਦਾ ਹੋਵੇ, ਸੇਵਾ ਵਿੱਚ ਇਹ ਪ੍ਰਵਾਨ ਹੋ ਜਾਂਦਾ। ਜ਼ਰੂਰ ਸੇਵਾ ਇਹ ਨਹੀਂ ਦੇਖਦੀ ਅਨਪੜ੍ਹ ਹੈ, ਪੜ੍ਹਿਆ ਹੋਇਆ ਸੇਵਾ ਨਹੀਂ ਦੇਖਦੀ। ਸੇਵਾ ਇਹ ਨਹੀਂ ਦੇਖਦੀ ਇਹਨੂੰ ਬੋਲਣਾ ਨਹੀਂ ਆਉਂਦਾ, ਨਹੀਂ ਵੀ ਬੋਲਣਾ ਆਉਂਦਾ ਤਾਂ ਵੀ ਕੋਈ ਗੱਲ ਨਹੀਂ। ਸੇਵਾ 'ਤੇ ਪਰਮੇਸ਼ਰ ਛੇਤੀ ਖੁਸ਼ ਹੋ ਜਾਂਦਾ। ਮਾਤਾ ਪਿਤਾ ਖੁਸ਼ ਹੋ ਜਾਂਦੇ ਆ। ਜਦੋਂ ਭਗਵਾਨ ਖੁਸ਼ ਹੋਏ, ਇੱਕ ਦਿਨ ਰਾਜਾ ਰਾਣੀ ਬਾਹਰ ਬੈਠੇ ਸਨ। ਭਗਵਾਨ ਖੁਸ਼ ਹੋਏ, ਰਾਤ ਨੂੰ ਮੰਦਰ ਦੇ ਦਰਵਾਜ਼ੇ ਖੁੱਲ੍ਹ ਗਏ। ਮੰਦਰ ਦੇ ਦਰਵਾਜ਼ੇ ਖੁੱਲ੍ਹੇ, ਭਗਵਾਨ ਨੇ ਰਾਜੇ ਨੂੰ ਰਾਣੀ ਨੂੰ ਅੰਦਰ ਸੱਦਿਆ, ਪੁੱਛਿਆ, ਦੱਸੋ ਭਾਈ ਤੁਹਾਡੇ ਮਨ ਦੀ ਕੀ ਭਾਵਨਾ ਹੈ। ਜਦੋਂ ਪਰਮੇਸ਼ਰ ਖੁਸ਼ ਹੋ ਜਾਵੇ, ਮਨ ਦੀਆਂ ਭਾਵਨਾ ਦਾ ਪਹਿਲੀ ਗੱਲ ਤਾਂ ਫਿਰ ਇੱਛਾ ਬਣਦੀ ਨਹੀਂ ਕੋਈ, ਪਰ ਫਿਰ ਵੀ ਮਨ ਦੀ ਜਿਹੜੀ ਭਾਵਨਾ ਉਹਨਾਂ ਨੇ ਰੱਖੀ ਕਿ ਸਾਡੇ ਪੁੱਤਰ ਨਹੀਂ ਹੈ। ਭਗਵਾਨ ਕਹਿਣ ਲੱਗੇ, ਜਦੋਂ ਬੂਟਾ ਲਾਈਏ ਉਹਦਾ ਫਲ ਨਾ ਖਾਈਏ, ਫਿਰ ਉਹਦੇ ਬੂਟੇ ਲਾਉਣ ਦਾ ਫਾਇਦਾ ਨਹੀਂ ਹੈ। ਔਲਾਦ ਹੁੰਦੀ ਆ ਸੁੱਖ ਵਾਸਤੇ, ਧੀਆਂ ਪੁੱਤਰ ਹੁੰਦੇ ਸੁੱਖ ਦੇਣ ਵਾਸਤੇ। ਕਈਆਂ ਨੂੰ ਦੁਖੀ ਕਰਦੇ ਆ, ਉਹ ਔਲਾਦ ਨਹੀਂ ਹੁੰਦੀ। ਜਿੰਨਾ ਦੁੱਖ ਔਲਾਦ ਦੇ ਮਾੜੀ ਹੋਣ ਦਾ ਦੁੱਖ ਹੈ, ਉਹਨਾਂ ਹੋਰ ਕੋਈ ਦੁੱਖ ਹੈ ਹੀ ਨਹੀਂ। ਕਹਿਣ ਲੱਗੇ, ਉਮਰ ਤੁਹਾਡੀ ਥੋੜ੍ਹੀ ਹੈ, ਉਮਰ ਤੁਹਾਡੀ ਵਡੇਰੀ ਹੋ ਗਈ ਹੈ, ਥੋੜ੍ਹਾ ਸਮਾਂ ਤੁਸੀਂ ਸੰਸਾਰ ਵਿੱਚ ਰਹਿਣਾ। ਜੇ ਅਸੀਂ ਪੁੱਤਰ ਤੁਹਾਨੂੰ ਦੇ ਵੀ ਦਿੱਤਾ ਤਾਂ ਬਹੁਤਾ ਤੁਹਾਨੂੰ ਲਾਭ ਨਹੀਂ ਹੋਣਾ। ਤੁਸੀਂ ਇੱਦਾਂ ਕਰੋ, ਥੋੜ੍ਹੇ ਕੁ ਸਾਲ, 8 ਕੁ ਸਾਲ ਤੁਹਾਡੀ ਉਮਰ ਰਹਿੰਦੀ ਹੈ, ਹੁਣ ਉਮਰ ਭੋਗ ਲਓ, ਤੁਹਾਡੇ ਫਿਰ ਪੁੱਤਰ ਪੈਦਾ ਹੋ ਜਾਵੇਗਾ। ਫਿਰ ਦੁਬਾਰਾ ਸਰੀਰ ਧਾਰਨ ਕਰੋਗੇ, ਤੁਹਾਡੇ ਪੁੱਤਰ ਪੈਦਾ ਹੋਵੇਗਾ। ਉਹ ਰਾਣੀ ਕਹਿਣ ਲੱਗੀ, ਮਹਾਰਾਜ ਪੁੱਤਰ ਤੁਹਾਡੇ ਵਰਗਾ ਹੋਣਾ ਚਾਹੀਦਾ। ਭਗਵਾਨ ਕਹਿਣ ਲੱਗੇ, ਮੇਰੇ ਵਰਗਾ ਤਾਂ ਫਿਰ ਮੈਂ ਹੀ ਹਾਂ, ਮੇਰੇ ਵਰਗਾ ਤਾਂ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ। ਉਹ ਕਹਿਣ ਲੱਗੇ, ਜੀ ਤੁਹਾਡੇ ਵਰਗਾ ਹੀ ਹੋ ਜਾਵੇ। ਕਹਿਣ ਲੱਗੇ, ਫਿਰ ਮੈਂ ਹੀ ਹਾਂ। ਉਸ ਵੇਲੇ ਭਗਵਾਨ ਨੇ ਬਚਨ ਕੀਤਾ, ਤੁਹਾਡੇ ਘਰ ਪੈਦਾ ਹੋਵਾਂਗੇ। ਉਹ ਫਿਰ ਰਾਜਾ ਧੀਰਜ ਦਾਸੀ ਸਰੀਰ ਛੱਡ ਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਘਰ ਗੁਰੂ ਤੇਗ ਬਹਾਦਰ ਸਾਹਿਬ ਬਣ ਕੇ ਜਨਮੇ। ਉਹ ਰਾਣੀ ਮਾਤਾ ਗੁਜਰੀ ਅੰਬਾਲੇ ਦੇ ਕੋਲ ਇੱਕ ਨਗਰ ਵਿੱਚ ਪੈਦਾ ਹੋਈ, ਜਿਨ੍ਹਾਂ ਦੇ ਘਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅਵਤਾਰ ਧਾਰਿਆ। ਜਿਸ ਅਵਤਾਰ ਧਾਰਨ ਨੂੰ ਖੁਸ਼ੀ ਦੇ ਅੰਦਰ ਤੁਸੀਂ ਬੈਠੇ ਹੋ। ਉਹ ਨਿਰੰਕਾਰ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ।
सारे देवी देवतियां का जिक्र करके बड़े बड़े जिहड़े दरगाह विचों निरंकार जी ने भेजे सन अवतारी पुरख जिन्हां दे पंथ चलते हैं, उन्हां दा जिक्र भी साहिब गुरु गोबिंद सिंह साहिब जी ने बचित्र नाटक विच कीता है। कहण लगे ये ना कहो साहिब, कहंदे ये ना कहो मैं किसी नाल बैर भावना करके किसी नूं कहना मैं, जिव हम कही तिव हम कहो और किसू सो बैर ना कहो। जिद्दां मैनूं निरंकार जी ने दसी है मैं तुहानूं उदां ही दस दित्ती आ भी इन्हां नूं दरगाह विचों भेजिया सी, जिहड़ा काम इन्हां ने करना सी वो कीता नहीं। फिर कहंदे तप साधत प्रभ मोहे बुलायो, मैनूं तप करदे नूं निरंकार ने उत्थों सद्दिया। फिर इम कह के कि ये लोक ठायो, ये कह के मैनूं इस दुनिया में भेजिया। मैं अपना सुत तोहे नवाजा, पंथ पर चरब करबे को साजा। मैं तैनूं अपना पुत्र नवाज के भेजदा, तू अपना पंथ चला दुनिया के अंदर जाके। तो साहिब गुरु गोबिंद सिंह साहिब जी महाराज ने फिर बचन किया, कहते मैं फिर बचन किया, ठाड़ पयो मैं जोर कर, बचन कहा सिर न्याय। पंथ चले तब जगत में जब तुम करो सहाय। ये महाराज पंथ थोड़ी मदद तो बिना, थोड़ी सहायता तो बिना पंथ चलेगा नहीं, तुसी मदद करियो। तो साहिब निरंकार जी का थापड़ा लैके साहिब गुरु गोबिंद सिंह साहिब जी महाराज इस संसार में आए। किसी धर्म नाल बैर नहीं सी, मत भुलेखा किसी नूं रहे। जे मुसलमान मारने नूं फिरदे सी तो मुसलमान मोढियां ते भी मुसलमान ही चक्की फिरदे सी। बलदी अग दे विच जदों कोई गुरु गोबिंद सिंह साहिब की मदद करदा सी, उहनूं कोल्हू विच दी नगाउंदे सी। बड़े बड़े जिहड़े भगत सन, बुद्धू शाह वर्गे, उन्होंने कोल्हू विच दी कढ़िया। जिन्हां जिन्हां ने गुरु गोबिंद सिंह साहिब की सेवा की, कोल्हू विच दी नगाए। तो साहिब गुरु गोबिंद सिंह साहिब जी महाराज जिथे 40 लाख वजीर खां दीयां फौजां, औरंगजेब दीयां फौजां, पहाड़ी राजियां दीयां फौजां मगर लगियां हुईयां सन, उत्थे साहिब गुरु गोबिंद सिंह साहिब जी महाराज नूं मोढियां ते भी मुसलमान चक्की फिरदे सी, अपने घरां विच मुसलमान लई फिरदे सी। सारा ही महीना साहिबां दी सेवा, पोह दा महीना गुरु गोबिंद सिंह साहिब जी महाराज मुसलमानां दे घरीं रहे और मुसलमानां ने वो सेवा की, जिहदी सेवा की बदौलत अज गनी खां नबी खां नूं दुनिया मत्था टेकदी है। अज उन्हां सेवादारां नूं चाहे किसी भी धर्म विच सन, उन्हां सेवादारां नूं दुनिया मत्था टेकदी है। पहलां गनी खां ते नबी खां वर्गे उन्हां दीयां कबरां ते मत्था टेकिया जांदा। धन हन वो जदों साहिबां नूं चक्किया, मोरे उही सन दोई भरा बलदी अग विच। किसी धर्म नाल बैर भावना नहीं सी। जे मती दास वर्गियां दे सिर ते आरा चलिया, ब्राह्मण जाति नाल संबंधित सन। सती दास दयाला जी तिन्ने भरा सन, ये सारे ब्राह्मण जाति नाल संबंधित सन। हिंदुआं दी राखी कीती और हिंदू धर्म की राखी करन वास्ते साहिबां ने कोई शर्त नहीं रखी। अज तो शर्त रखते सानूं वोटां पाओ, नहीं पाई। साहिबां ने कोई शर्त नहीं रखी। दुनिया अंदर हिंदू धर्म ने तो ये हिंदुस्तान भी मुसलमान मुल्कां मंगर एक मुसलमान मुल्क होना सी। जे हिंदू धर्म बचिया हिंदुस्तान की धरती ते, साहिब गुरु गोबिंद सिंह साहिब जी महाराज की बदौलत बचिया। साहिब गुरु तेग बहादुर साहिब जी महाराज की बदौलत बचिया। धन है गुरु गोबिंद सिंह महाराज। आज सारी दुनिया नमस्कार उन्होंने करती है, हिंदू लोग भी करते हैं, पर जिहड़े अकिरत कण लोग है वो इन्हां गल्लां नूं नहीं जानते। पर जिहड़े जाणकीर ने पाई वो हिंदू लोग भी डंडौतां करते हैं, साहिबां नूं डंडौतां करते हैं। साडे उत्थे शहर दे विच अज भी ब्राह्मण लोग गुरु तेग बहादुर साहिब के शहीदी दिन ते सारे नगर विच नगर कीर्तन कढ़दे हैं। साहिब गुरु तेग बहादुर साहिब जी का फोटो रख के उत्ते फुल्लां दे हार पा के सारे शहर विच नगर कीर्तन कढ़दे हैं। इन्हां ने साडा धर्म बचाया है। वो साहिब गुरु गोबिंद सिंह साहिब जी महाराज का उही वचन है कि साडी ड्यूटी धर्म चलावण दी सी, संतां दी रखिया करनी दी, नाम जपण वाले गुरमुखां दी मदद करनी ते दुष्टां दीयां जड़ां पट्टणीਆਂ। सो अज भी साहिब गुरु गोबिंद सिंह साहिब का आसरा लैके बहुत सारे गुरु गोबिंद सिंह साहिब जी नूं मन्नण वाले अज सरकारां नाल फिर मत्था लग्या होया।
एक गल चेता रखियो गुरमुखो, गुरु की हाज़री में किसी पदार्थ का घाटा नहीं है। उन्ने पदार्थ तो तुसीं होला महला गुरु गोबिंद सिंह साहब जी का चलाया होया आनंदपुर साहब की धरती पर, उन्ने पदार्थ तो उत्थे नहीं रुलते जिन्ने साहब गुरु गोबिंद सिंह साहब जी महाराज ने अपने सिखां नूं लिजा के दिते है। होर मदद की करनी है साहिबां ने, अपने सेवकों की अपने पुत्तां नूं दुख नहीं लगन दिता। इन्नी ठंड विच उत्थे लकड़ां दे अंबार लाते, गीजर लाते, गर्म पानी लाते, मकान बनाते, उत्थे जगह बनातियां। ये गुरु तो बिना हो नहीं सकता। ये गुरु गोबिंद सिंह साहब महाराज आप वरत रहे हैं। कभी बदामां दे लंगर अज तक दुनिया में नहीं सुने। बदाम काजू साध संगत इदां वरताउंदे है, इदां मूंगफली भी नहीं कोई वरताउंदा, इदां पिन्नियां वरताउंदे है, जिद्दां कड़ाह प्रसाद भी कोई नहीं वरता सकता। इन्ने पदार्थ तुरे फिरदे है। एक गुरमुख प्यारे आए, कहंदे जी 4 क्विंटल गुड़ असीं बनाया सी, बहुत स्वादलियां चीज़ां पा के विच खाण वास्ते बनाया सी। असीं जिन्नियां जगह ते उत्थे फिरे आ, सातों गुड़ किसी ने लिया नहीं। कहंदे साडे कोल वाधू है। कहंदे असीं हार के फिर गुरुद्वारे बंगला साहिब दे के आए हैं भी खीर विच पा दिओ। धन गुरु गोबिंद सिंह महाराज, तुहाडी हाज़री तो बिना ये महाराज सुख तेरे सिखां नूं मिल नहीं सी सकदे। तूं अपने सिखां नूं तत्ती वाह नहीं लगन दित्ती, पर हुण भी महाराज अपने चरनां दा आसरा दे के सारे अरदास करिया करो, जे वो किरती सिख ना होण, तुहानूं पदार्थ सस्ते ना मिलन। वो सारे धरती विचों पैदा करके मिठा होर पदार्थ गुड़ खंड वगैरह दुध वो किरती लोग पैदा करके सानू दिंदे आ। उन्हां दी मदद में सारी दुनिया बैठी है। जिहड़े कट्टड़वाद लोग है भावें ना होणगे, साहब गुरु गोबिंद सिंह साहब जी महाराज उन्हां दे नाल ने। जित भी उन्हां दी होनी है, जित उन्हां दी होनी, जे जित ना होनी हुंदी तां पहले उन्हें भुखे मरन लग जाना सी। कई अंदोलन भुख की बदौलत ही खत्म हो गए। अंदोलन इस तो पहलां भी चले आ, वो भुख की बदौलत वो लोगों को उठ के जाना पिया जब मगरों पदार्थ नहीं पहुँचे। अज गुरु गोबिंद सिंह साहब महाराज तुसीं हाज़र हो उत्थे, उत्थे आउण नूं घर नूं जी नहीं करदा। दस्सण वाले दसदे मैं तां नहीं गया। इन्ने पदार्थ ने पानी दुध पानी मंगर तुरिया फिरदा उत्थे। दुध जिन्ना मर्जी भावें दुध च पत्ती पा के पी जाओ, कि इन्ना तुरिया फिरदा अंत कोई नहीं है। महाराज सच्चे पातशाह तुसीं सिखां दी सेवकां दी किरतियां दी मदद तां कीती है। ਇਹ ਸਾਰੇ अरदास करियो महाराज तुसीं उन्हां दी मदद करके महाराज दुष्टां दीयां जड़ां पट्टो। ये महाराज सरकारां नूं महाराज सज़ा दिओ, अपने सेवकां दी मदद करो। सारे अरदास करके जाओ। मैं तां कीती है, जिहड़े बाद विच आए अरदास तो वो भी अरदास करियो अपने भरावां दी। चाहे किसी जाति नाल संबंधित है, किसान है, चाहे कोई किसी भी धर्म नाल संबंधित है, किसान है। धरती विचों पैदा करके लोकां नूं खाण वास्ते देना राजा नहीं दे सकता, किरती लोग ही दे सकते हैं। सो सारिਆਂ ਦਾ ਧੰਨਵਾਦ है। 26 तरीक ਨੂੰ 26 जनवरी ਨੂੰ ਇਸੇ ਸਥਾਨ ਤੇ ਪਿਛਲੇ ਸਾਲ ਦੀ ਤਰ੍ਹਾਂ ਸੰਤ ਮਹਾਰਾਜ ਜੀ ਹਰਖੋ ਵਾਲੀਏ, ਜਿਨ੍ਹਾਂ ਦਾ ਨਾਮ ਲੈਂਦੇ ਆ ਅੰਦਰ ਠੰਡ ਪੈ ਜਾਂਦੀ। ਜਵਾਲਾ ਅੱਗ ਨੂੰ ਕਹਿੰਦੇ ਆ ਵੈਸੇ, ਪਰ ਕਦੀ ਸਾਰੀ ਜ਼ਿੰਦਗੀ 'ਚ ਗਰਮ ਹੋ ਕੇ ਨਹੀਂ ਬੋਲੇ। ਸਾਰੀ ਜ਼ਿੰਦਗੀ ਸ਼ਾਂਤੀ ਦੇ ਸਮੁੰਦਰ ਬਣ ਕੇ ਰਹੇ। ਉਹਨਾਂ ਦੀ ਵਰਸੀ ਇਸੇ ਸਥਾਨ ਤੇ ਹਰੇਕ ਸਾਲ ਮਨਾਈ ਦੀ ਆ। सो इस स्थान पर फिर पहुँचना करना जी। 26 तरीक 26 जनवरी हरेक साल मनाई दी है। हुण भी सारे तुसीं बहुत सारे पंजाब चों आए हो, बहुत सारिया संगतां घरां विचों आए हो। सारिਆਂ ਦਾ धन्यवाद है। मेरी बेनती है सारे अरदास करके जाओ। ਜਿਹੜੇ अरदास विच खड़े सी, ਜਿਹੜੇ अरदास विच खड़े सी उन्हां दी तां अरदास हो गई। बाकी ਜਿਹੜੇ नहीं बाद विच आए वो भी कर दिओ भाई। ਤੁਹਾਡੇ ਭਰਾ ਸੜਕਾਂ 'ਤੇ ਰੁਲਦੇ ਹੈ, ਸਾਡੇ ਭਰਾ ਭੈਣਾਂ ਮਾਵਾਂ ਸਾਡੀਆਂ ਸੜਕਾਂ 'ਤੇ ਰੁਲਦੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਆਏ ਹੋ ਅੱਜ, ਉਹਨਾਂ ਦੀ ਜਾ ਕੇ ਮਹਾਰਾਜ ਅੱਜ ਤੁਸੀਂ ਮਦਦ ਜ਼ਰੂਰ ਕਰਿਓ। ਅੱਜ ਆਏ ਹੋ, ਤੁਹਾਡੀ ਡਿਊਟੀ ਧਰਮ ਚਲਾਉਣ ਦੀ ਸੀ, ਸੰਤਾਂ ਨੂੰ ਸੁੱਖ ਦੇਣ ਦੀ ਸੀ, ਦੁਸ਼ਟਾਂ ਦੀਆਂ ਜੜ੍ਹਾਂ ਪੱਟਣ ਦੀ ਸੀ। ਸੋ ਸਾਰੇ ਅਰਦਾਸ ਕਰਿਓ ਜੀ। ਧੰਨਵਾਦ ਹੈ ਜੀ ਸਾਰੀ ਸੰਗਤ ਦਾ। ਮੈਂ ਕਦੀ ਇਸ ਵਿਸ਼ੇ 'ਤੇ ਬੋਲਿਆ ਤਾਂ ਨਹੀਂ, ਪਰ ਮੇਰਾ ਵਿਸ਼ਾ ਵੀ ਇਹ ਹੈ। संत महाराज जी हरखो वालीए खेती करते रहे, अपना लंगर चलाते रहे। असी भी खेती करते हैं। संत बाबा अतर सिंह जी महाराज मस्तू रेरू साहब वाले सारी जिंदगी हथी हल बाह के बलदां ना लंगर चलाया। ये जिन्नियां साडियां संप्रदावां ने सारियां किरत करके लंगर चलाउंदियां ने। ये असी भी किरती हाँ, असी भी किसान हाँ। साडियां संप्रदावां सारियां अपने हथी कमाद बीजी दा, हथी गुड़ कड्ढी दा,
ਹੱਥੀਂ ਸਾਰੀ ਫਸਲ ਬੀਜੀ ਦੀ ਆ, ਕਣਕ ਬੀਜੀ ਦੀ ਆ, ਵੱਢੀ ਦੀ ਆ। ਸੋ ਸਾਰੇ ਬਾਈ ਅਸੀਂ ਇਸ ਕਰਕੇ ਹੀ ਅਸੀਂ ਹੋਰ ਵਿਸ਼ਿਆਂ 'ਤੇ ਤਾਂ ਮੈਂ ਨਹੀਂ ਬੋਲਦਾ ਹੁੰਦਾ, ਪਰ ਇਹ ਵਿਸ਼ਾ ਮੇਰਾ ਆਪਣਾ ਹੈ। ਅਸੀਂ ਜਿਹੜੀ ਮਦਦ ਕਰ ਸਕਦੇ ਅਸੀਂ ਇਹ ਕਰ ਸਕਦੇ ਹਾਂ। ਤੁਸੀਂ ਵੀ ਸਾਰੇ ਹੀ ਜਿਹੜੇ ਸੁੱਖ ਲੈ ਰਹੇ ਹੋ ਭਾਈ, ਇਹ ਸੁੱਖ ਬਾਕੀਆਂ ਨੂੰ ਵੀ ਬਾਅਦ ਵਿੱਚ ਮਿਲਣੇ ਨਹੀਂ। ਜੇ ਕਿਸਾਨਾਂ 'ਤੇ ਦੁੱਖ ਖੜਾ ਹੋ ਗਿਆ, ਬਾਕੀਆਂ 'ਤੇ ਸੁੱਖ ਨਹੀਂ ਆਉਣ ਲੱਗਾ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।